हाँ जी संगतो साਰਿਆਂ ਨੂੰ ਸਤਿ ਸ਼੍ਰੀ ਅਕਾਲ। ਵੈਲਕਮ ਟੂ ਦ ਸ਼ੋ। ਜਿੱਦਾਂ ਤੁਹਾਨੂੰ ਪਤਾ ਹੈ ਕਿ ਅੱਜ ਫਰਾਈਡੇ ਆ, 7 ਵਜ ਗਏ ਆ, ਤਾਂ ਆਪਾਂ ਤੁਹਾਡੇ ਇਮੀਗ੍ਰੇਸ਼ਨ ਦੇ ਸਵਾਲਾਂ ਦੇ ਜਵਾਬ ਦੇਈਦੇ ਆ। ਆਲਸੋ ਹੋਰ ਤਰ੍ਹਾਂ ਦੀ ਅਪਡੇਟਸ ਵੀ ਦਿੰਦੇ ਆ। ਅੱਜ ਕਾਲਾਂ ਵੀ ਲਵਾਂਗੇ ਆਪਾਂ ਸੈਕੰਡ ਹਾਫ ਦੇ ਵਿੱਚ। ਸੋ ਜਿਨ੍ਹਾਂ ਨੇ ਕਾਲ ਕਰਨੀ ਆ ਉਹ 7:30 ਤੋਂ ਬਾਅਦ ਕਰ ਸਕਦੇ। ਜਦੋਂ ਫੋਨ ਲਾਈਨਾਂ ਖੁੱਲੂਗੀਆਂ ਤਾਂ ਨੰਬਰ ਡਿਸਪਲੇ ਹੋਊਗਾ ਅਤੇ ਔਰ ਕਾਲਾਂ ਕਰੋ। ਜਦ ਤੱਕ ਆਪਾਂ ਦੱਸ ਦਈਏ ਤੁਹਾਨੂੰ ਕਿ ਕੀ ਕੁਛ ਹੋ ਰਿਹਾ ਕੀ ਕੁਛ ਨਹੀਂ ਕਿ ਦੁਨੀਆ ਦੇ ਵਿੱਚ, ਕਿ ਖਾਸ ਤੌਰ 'ਤੇ ਇਮੀਗ੍ਰੇਸ਼ਨ ਦੇ ਵਿੱਚ ਪਿਛਲੇ ਸਾਲ ਤੋਂ ਹੀ ਮੈਂ ਤੁਹਾਨੂੰ ਕਰੋਨਾ ਦਾ ਵੀ ਦੱਸ ਰਿਹਾ ਕਿ ਕੀ ਹੋ ਰਿਹਾ। ਕਰੋਨਾ ਦੇ ਵਿੱਚ ਜੀ ਹੁਣ ਕੀ ਡੇਟ ਹੈਗੀ ਆ? ਅਪ੍ਰੈਲ 12 ਦੀ ਜਦੋਂ ਅਪ੍ਰੈਲ ਦੀ ਡੇਟ UK ਦੇ ਵਿੱਚ ਉਹਦੇ ਆ ਜਦੋਂ ਸ਼ੋਪਾਂ ਖੁੱਲੂਗੀਆਂ ਅਤੇ ਜਦੋਂ ਸਾਨੂੰ ਥੋੜ੍ਹੀ ਖੁੱਲ੍ਹ ਦਿੱਤੀ ਜਾਊਗੀ ਅਤੇ ਬਾਹਰ ਰੈਸਟੋਰੈਂਟਾਂ ਵਿੱਚ ਤੁਸੀਂ ਗਾਰਡਨਾਂ ਦੇ ਵਿੱਚ ਖਾ ਪੀ ਸਕਦੇ ਆ। ਰੈਸਟੋਰੈਂਟ ਦੇ ਅੰਦਰ ਨਹੀਂ ਹਲੇ, but on the beer gardens or outside or ਜੋ pavement ਤੇ ਲੱਗੂਗਾ you be able to eat there again. But the main thing is the shops reopening on April the 12th. So ਆਪਾਂ ਦੇਖਾਂਗੇ ਜੀ ਕੀ ਹੁੰਦਾ। ਵੈਕਸੀਨ ਦਾ ਰੋਲ ਆਊਟ ਬਹੁਤ ਵਧੀਆ ਚੱਲ ਰਿਹਾ ਅਤੇ ਉਹਦਾ ਅਸਰ ਵੀ ਦਿਖਾਈ ਦੇ ਰਿਹਾ ਕਿਉਂਕਿ ਹੁਣ ਬਹੁਤ ਘੱਟ ਲੋਕ ਪੂਰੇ ਹੋ ਰਹੇ ਆ। ਜਿੱਦਾਂ ਅੱਗੇ ਹਜ਼ਾਰਾਂ ਦੀ ਗਿਣਤੀ 'ਚ ਸੀ, 800-900 ਬੰਦਾ ਰੋਜ਼ ਦਾ ਪੂਰਾ ਹੁੰਦਾ ਸੀ ਜਦੋਂ ਲੋਕਡਾਊਨ ਸ਼ੁਰੂ ਹੋਇਆ, ਅਤੇ ਅੱਜ ਕੱਲ੍ਹ 100, 80, 120 ਇੱਦਾਂ ਦੀ ਰੇਂਜ ਵਿੱਚ ਹੈਗੇ ਆ। ਇਹ ਨਹੀਂ ਕਿ ਮੌਤਾਂ ਪੂਰੀਆਂ ਬੰਦ ਹੋ ਗਈਆਂ ਜਾਂ ਕਰੋਨਾ ਚੱਲ ਗਿਆ। ਕਰੋਨਾ ਹੈਗਾ ਹਲੇ, ਹੈ ਨਾ, ਬਟ ਉਹ ਵੈਕਸੀਨ ਤੁਹਾਨੂੰ ਚਾਂਸ ਦੇ ਦਿੰਦੀ ਹੈ ਕਿ ਕਰੋਨੇ ਨਾਲ ਤੁਸੀਂ ਮਰੋ ਨਾ। ਸੋ ਉਹਦੇ ਵਿੱਚ ਉਹ ਤੁਹਾਨੂੰ ਕਵਚ ਦੇ ਦਿੰਦੀ ਹੈ, ਇੱਕ ਕਿਸਮ ਦਾ ਹਥਿਆਰ ਦੇ ਦਿੰਦੀ ਲੜਨ ਦਾ, ਕਿ ਵੈਕਸੀਨ ਦੇ ਨਾਲ ਤੁਸੀਂ ਲੜ ਸਕੋ। ਕਰੋਨਾ ਦੇ ਨਾਲ ਵੈਕਸੀਨ ਲੜਦੀ ਤਾਂ ਉਹਦੇ ਨਾਲ ਸ਼ਾਇਦ ਤੁਹਾਡੀ ਜਾਨ ਬਚ ਜਾਵੇ। ਸੋ ਬਾਕੀ ਹਲੇ ਜੋ ਰੂਲਸ ਆ ਉਹ ਇਨ ਪਲੇਸ ਹੀ ਆ ਕਿ ਜਿੱਥੇ ਆਪਣੇ ਘਰਾਂ 'ਚ ਰਹਿ ਸਕਦੇ ਰਹੋ। ਇਹ ਨਾ ਸੋਚੋ ਜੀ ਕਿ ਹੁਣ ਖੁੱਲ੍ਹੀ ਛੁੱਟੀ ਆ ਕਿ ਜੀ ਹੁਣ ਰਸਤੇ ਖੁੱਲ੍ਹੇ, ਕਿ ਉਹ ਕੰਮ ਨਹੀਂ ਹਲੇ ਹੈਗਾ। ਨਹੀਂ ਤਾਂ ਫਿਰ ਫੈਲ ਜਾਣਾ, ਆਪਾਂ ਫਿਰ ਉਹੀ ਸਥਿਤੀ 'ਤੇ ਆ ਜਾਣਾ। ਇਹ ਸਰਕਲ ਇੱਦਾਂ ਚੇਂਜ ਆਉਂਦੀ ਆ ਅਤੇ ਇਹ ਟੁੱਟਣੀ ਨਹੀਂ। ਸੋ ਪਲੀਜ਼ ਜੋ ਗਵਰਨਮੈਂਟ ਦੀ ਐਡਵਾਈਸ ਆ ਉਹਨੂੰ ਤੁਸੀਂ ਫੋਲੋ ਕਰਨਾ। ਅਤੇ ਖਾਸ ਤੌਰ 'ਤੇ ਮੇਰੇ ਜੋ ਸਿਆਣੇ ਆ, ਬਜ਼ੁਰਗ ਆ, ਉਹਨਾਂ ਨੂੰ ਮੈਂ ਇਹੀ ਕਹੂੰਗਾ ਜੀ ਆਪਣਾ ਤੁਸੀਂ ਧਿਆਨ ਰੱਖੋ ਕਿ ਉਹ ਸਭ ਤੋਂ ਵਲਨਰੇਬਲ ਗਰੁੱਪ ਤਾਂ ਤੁਸੀਂ ਆ, ਸਭ ਤੋਂ ਜ਼ਿਆਦਾ ਖਤਰਾ ਤੁਹਾਨੂੰ ਆ। ਸੋ ਏਜਨ ਐਲਡਰਲੀ ਪੀਪਲ ਆਰ ਦ ਮੋਸਟ ਰਿਸਕ, ਮੈਂ ਇਹੀ ਕਹੂੰਗਾ। ਰਾਈਟ, ਅੱਜ ਕੱਲ੍ਹ ਕੀ ਹੋ ਰਿਹਾ ਇਮੀਗ੍ਰੇਸ਼ਨ ਦੀ ਦੁਨੀਆ ਦੇ ਵਿੱਚ? ਇਮੀਗ੍ਰੇਸ਼ਨ ਦੀ ਦੁਨੀਆ ਵਿੱਚ ਜੀ ਆਪਣੀ ਮੈਂ ਦੁਨੀਆ 'ਚ ਦੱਸਣਾ ਕੀ ਹੋ ਰਿਹਾ। ਆਪਾਂ ਤਾਂ ਬਿਜ਼ੀ ਬਹੁਤ ਆ। ਤਾਂ ਸਾਹ ਲੈਣ ਨੂੰ ਮਸੀਂ ਟਾਈਮ ਆਉਂਦਾ। ਅੱਜ ਵੀ ਮੈਂ ਮਸੀਂ ਖਿੱਚ ਕੇ ਦਫ਼ਤਰੋਂ ਟਾਈਮ ਕੱਢ ਕੇ ਲੈ ਕੇ ਆਇਆ ਕਿਉਂਕਿ ਕਾਫੀ ਕੁਛ ਜੋ ਹੈਗਾ ਆ ਚੇਂਜ ਹੋ ਰਿਹਾ, ਤਾਂ ਕਾਫੀ ਚੀਜ਼ਾਂ ਦੀ ਐਡਵਾਂਟੇਜ ਵੀ ਹੋ ਰਹੀ ਆ ਔਰ ਕਾਫੀ ਰੂਟਸ ਵੀ ਖੁੱਲ੍ਹੀਆਂ ਇਸ ਵੇਲੇ। ਅਤੇ ਜ਼ਿਆਦਾ ਤੋਂ ਜ਼ਿਆਦਾ ਜੋ ਹੈਗਾ ਆ ਇਨਕੁਆਇਰੀ ਸਟੂਡੈਂਟਾਂ ਤੋਂ ਆਉਂਦੀ ਆ। ਸੋ ਅੱਜ ਜੋ ਮੈਂ ਪਹਿਲੇ ਹਿੱਸੇ ਦਾ ਸ਼ੋਅ ਆ ਤੁਹਾਨੂੰ ਸਟੂਡੈਂਟ ਬ੍ਰੇਕਡਾਊਨ ਦੱਸ ਦੇਣਾ ਕਿ ਜੀ ਸਟੂਡੈਂਟ ਵੀਜ਼ੇ ਲਈ, ਜਿਹੜੇ ਲੋਕ ਸਟੂਡੈਂਟ ਵੀਜ਼ੇ 'ਤੇ ਆ, ਕਿ ਉਹਨਾਂ ਲਈ ਕੀ ਕੀ ਆਪਸ਼ਨਾਂ ਹੈਗੀਆਂ, ਕੀ ਨਹੀਂ, ਤਾਂ ਆਪਾਂ ਕੀ ਕਰ ਰਹੇ ਉਹਦੇ ਦੇ ਵਿੱਚ ਜੋ ਹੈਗਾ ਆ। ਸਟੂਡੈਂਟ ਵੀਜ਼ੇ ਦੇ ਵਿੱਚ ਜੋ ਕਿ ਲੋਕ ਆਏ ਹੋ ਆ ਤਾਂ ਪੜ੍ਹ ਰਹੇ ਆ ਜੀ, ਉਹਨਾਂ ਵਿੱਚ ਕੁਛ ਆਪਸ਼ਨਾਂ ਹੈਗੀਆਂ ਔਰ ਕੁਛ ਫਾਇਦੇ ਵਾਲੀ ਗੱਲਾਂ ਵੀ ਹੈਗੀਆਂ। ਮੈਂ ਪਿਛਲੇ ਸ਼ੋਅ 'ਚ ਵੀ ਦੱਸਿਆ ਸੀ PSW ਵੀਜ਼ਾ, ਜਿਹਨੂੰ ਆਪਾਂ ਗ੍ਰੈਜੂਏਟ ਸਕੀਮ ਵੀਜ਼ਾ ਸੱਦਦੇ ਹਾਂ, ਹੁਣ ਉਹਦਾ ਨਾਂ ਬਦਲਾਇਆ ਗਿਆ। ਪਰ ਐਸੈਂਸ਼ਲੀ ਇਹ ਉਹ ਵੀਜ਼ਾ ਹੈ ਜਿੱਦਾਂ ਅੱਗੇ PSW ਹੁੰਦਾ ਸੀਗਾ ਤਾਂ ਹੋਰ ਮੁਲਕਾਂ ਦੇ ਵਿੱਚ ਆ ਕਿ ਜਦੋਂ ਤੁਸੀਂ ਗ੍ਰੈਜੂਏਟ ਕਰ ਲਓ, ਜਦੋਂ ਤੁਹਾਨੂੰ ਡਿਗਰੀ ਮਿਲ ਜਾਵੇ ਇੱਥੇ, ਅਤੇ ਉਸ ਤੋਂ ਬਾਅਦ ਤੁਹਾਨੂੰ 2 ਸਾਲ ਦਾ ਕੰਮ ਦਾ ਵੀਜ਼ਾ ਦਿੱਤਾ ਜਾਊਗਾ। ਜੇ ਤੁਸੀਂ PhD ਕੰਪਲੀਟ ਕਰ ਲੈਂਦੇ ਤਾਂ ਤੁਹਾਨੂੰ 3 ਸਾਲ ਦਾ ਕੰਮ ਦਾ ਵੀਜ਼ਾ ਦਿੱਤਾ ਜਾਊਗਾ। ਇਹ ਇੱਕ ਖੁੱਲ੍ਹਾ ਵੀਜ਼ਾ ਹੈ ਜੀ, ਜਿਹਦੇ ਵਿੱਚ ਤੁਸੀਂ ਕਿਤੇ ਵੀ ਕੰਮ ਕਰ ਸਕਦੇ ਆ ਅਤੇ ਕੋਈ ਰਿਸਟ੍ਰਿਕਸ਼ਨ ਨਹੀਂ ਇਹਦੇ ਵਿੱਚ। ਨਾ ਹੀ ਇਹਦੇ 'ਚ ਕੰਡੀਸ਼ਨਲ ਹੋਣਾ ਚਾਹੀਦਾ ਕਿ ਤੁਹਾਡੇ ਕੋਲ ਜੋਬ ਆਫਰ ਹੋਏ। ਸੋ ਇਹ ਤਾਂ ਹੀ ਮਿਲਦਾ ਜੀ ਜੇ ਤੁਸੀਂ 2 ਸ਼ਰਤਾਂ ਇਹਦੀਆਂ, ਇੱਕ ਤਾਂ ਤੁਸੀਂ ਆਪਣੀ ਡਿਗਰੀ ਕੰਪਲੀਟ ਕਰੋ, ਦੂਜੀ ਕਿ ਤੁਹਾਡਾ ਅਟੈਂਡੈਂਸ ਸਹੀ ਹੋਵੇ। ਸੋ ਇਹਨਾਂ ਨੇ 2 ਚੀਜ਼ਾਂ ਚੈੱਕ ਕਰਨੀਆਂ ਕਿ ਤੁਹਾਡਾ ਅਟੈਂਡੈਂਸ ਐਂਡ ਤੁਹਾਡੀ ਜੋ ਹੈਗੀ ਆ ਕਿ ਡਿਗਰੀ ਕੰਪਲੀਸ਼ਨ ਆਫ ਦੈਟ। ਇਹ ਸਕੀਮ ਜੀ ਸ਼ੁਰੂ ਹੋ ਰਹੀ ਆ 1 ਜੁਲਾਈ ਨੂੰ। ਇਹਨਾਂ ਨੇ ਹਮੇਸ਼ਾ ਹੀ ਕਿਹਾ ਸੀਗਾ ਜਦੋਂ ਪਿਛਲੇ ਸਾਲ ਅਨਾਊਂਸਮੈਂਟ ਕੀਤੀ ਆ ਕਿ ਸਮਰ 2021 ਤੋਂ ਬਾਅਦ ਜਾਂ 21 ਦੇ ਵਿੱਚ, ਸਮਰ ਦੇ ਵਿੱਚ ਜੋ ਗ੍ਰੈਜੂਏਟ ਹੁੰਦਾ ਉਹਨਾਂ ਨੂੰ ਆਪਾਂ PSW ਦੇਵਾਂਗੇ। ਹੁਣ ਇਹਦੇ ਨਾਲ ਬਹੁਤ ਸਵਾਲ ਉੱਠਦੇ ਆ। ਪਹਿਲਾਂ ਤਾਂ ਲੋਕ ਕਹਿੰਦੇ ਜੀ ਆਪਾਂ ਜਦੋਂ ਆਏ ਆ, ਖਾਸ ਤੌਰ 'ਤੇ ਜਿਹੜੇ ਪਿਛਲੇ ਜਨਵਰੀ 'ਚ ਆਏ ਆ ਮਾਸਟਰਸ ਕਰਨ, ਕਿ ਏਜੰਟਾਂ ਨੇ ਕਿਹਾ ਸੀ ਨਹੀਂ ਜੀ ਹੋਊਗਾ
ਹੋਊਗਾ। ਏਜੰਟ ਤਾਂ ਬਹੁਤ ਕੁਛ ਕਹਿੰਦੇ ਆ ਜੀ, ਏਜੰਟਾਂ ਦਾ ਕੰਮ ਹੀ ਹੈ ਕਹਿਣਾ, ਤਾਂ ਹੀ ਤਾਂ ਨਾਂ ਉਹਨਾਂ ਦਾ ਏਜੰਟ ਆ, ਹੈ ਨਾ। ਬਟ ਤੁਹਾਨੂੰ ਦੇਖਣਾ ਚਾਹੀਦਾ ਸੀ ਕਿ ਜਿਨ੍ਹਾਂ ਨੇ ਸਾਨੂੰ ਵੀਜ਼ਾ ਦੇਣਾ ਆ ਉਹਨਾਂ ਦੀ ਗੱਲ ਮੰਨੀਏ ਜਾਂ ਏਜੰਟਾਂ ਦੀ ਮੰਨੀਏ, ਹੈ ਨਾ। ਸੋ ਆਪਾਂ ਨੂੰ ਜਿਨ੍ਹਾਂ ਨੇ ਦੇਣਾ ਹੈ ਵੀ ਸ਼ੁਡ ਫੋਲੋ ਦੇਅਰ ਐਡਵਾਈਸ। ਉਹਨਾਂ ਨੇ ਹਮੇਸ਼ਾ ਹੀ ਲਿਖਿਆ ਸੀ ਕਿ ਸਮਰ 2021 ਇੰਗਲੈਂਡ ਦੇ ਵਿੱਚ ਜੀ ਸਮਰ ਜੂਨ, ਜੁਲਾਈ, ਅਗਸਤ ਇਹ ਮਹੀਨਿਆਂ ਨੂੰ ਮੰਨਿਆ ਜਾਂਦਾ, ਹੈ ਨਾ। ਇਹਦੇ ਵਿੱਚ ਹੁਣ ਜੇ ਤੁਸੀਂ ਕਹੋ ਜੀ ਫਰਵਰੀ 'ਚ ਨਹੀਂ ਮੈਨੂੰ ਗ੍ਰੈਜੂਏਸ਼ਨ ਹੋ ਗਈ ਜਾਂ ਮੇਰਾ ਕੋਰਸ ਮੁੱਕ ਗਿਆ ਅਤੇ ਮੈਨੂੰ PSW ਮਿਲੂ ਜੀ, ਫਰਵਰੀ ਕਿਸੇ ਵੀ ਸੂਰਤ ਹਾਲ ਦੇ ਵਿੱਚ ਸਮਰ ਨਹੀਂ ਆਉਂਦੀ ਅਨਲੈਸ ਤੁਸੀਂ ਆਸਟ੍ਰੇਲੀਆ 'ਚ ਆ, ਔਰ ਆਪਾਂ ਆਸਟ੍ਰੇਲੀਆ 'ਚ ਹੈ ਨਹੀਂ। ਸੋ ਸਾਡੇ ਜੋ ਸਮਰ ਆ ਹੁਣ ਇਹ ਆ, ਹੁਣ ਰੱਬ ਨੂੰ ਕਹਿ ਕੇ ਸੀਜ਼ਨ ਬਦਲਾ ਤਾਂ ਸਕਦੇ ਨਹੀਂ, ਹੈ ਨਾ। ਜੇ ਤੁਹਾਡੇ 'ਚ ਹਿੰਮਤ ਹੈ ਤਾਂ ਤੁਸੀਂ ਬਦਲਾ ਲਓ, ਪਰ ਮੇਰਾ ਖਿਆਲ ਨਹੀਂ ਕਿ ਇੰਗਲੈਂਡ ਵਾਲੇ ਨੇ ਆਪਣੇ ਸੀਜ਼ਨ ਬਦਲਣੇ ਆ। ਸੋ ਉਹ ਤੁਸੀਂ ਉਹ ਗਲਤੀ 'ਚ ਆ ਗਏ ਜਿਹੜੇ ਆ ਗਏ। ਸੋ ਉਹਦੇ ਵਿੱਚ ਤੁਹਾਨੂੰ ਪ੍ਰੋਬਲਮ ਹੈ, ਖਾਸ ਤੌਰ 'ਤੇ ਜਿਨ੍ਹਾਂ ਦੇ ਵੀਜ਼ੇ ਹੁਣ ਖ਼ਤਮ ਹੋ ਰਹੇ ਆ ਅਪ੍ਰੈਲ, ਮਈ, ਜੂਨ 'ਚ, ਉਹਨਾਂ ਨੂੰ ਪ੍ਰੋਬਲਮ ਹੈ ਕਿ ਉਹਨਾਂ ਨੂੰ ਦੀਦਾ ਕਿ ਮੋਰੇ ਕਿ ਸਾਨੂੰ PSW ਨਹੀਂ ਮਿਲਣੀ। ਸੋ ਉਹ ਹੁਣ ਇਸ ਵੇਲੇ ਥੋੜ੍ਹੀ ਬਿਫਤਾ 'ਚ ਪਿਓ ਆ, ਪਰ ਹਰ ਚੀਜ਼ ਦੀ ਕੋਈ ਨਾ ਕੋਈ ਸੋਲੂਸ਼ਨ ਆਪਾਂ ਕੱਢ ਦਈ ਦੀ ਆ। ਤਾਂ ਉਹਦੇ ਵਿੱਚ ਵੀ ਜ਼ਰੂਰੀ ਨਹੀਂ ਕਿ ਆਪਾਂ ਜੀ ਹੁਣ ਪਿੱਟਣ ਲੱਗ ਪਈਏ, ਰੋਣ ਲੱਗ ਪਈਏ, ਉਹਨਾਂ ਲਈ ਵੀ ਆਪਸ਼ਨਸ ਹੈਗੇ ਆ। ਸੋ ਉਹਨਾਂ ਗਰੁੱਪਾਂ ਨਾਲ ਆਪਾਂ ਪਹਿਲਾਂ ਚੱਲੀਏ ਜਿਨ੍ਹਾਂ ਦੇ ਵੀਜ਼ੇ ਖਤਮ ਹੋ ਰਹੇ ਆ ਅਪ੍ਰੈਲ, ਮਈ, ਜੂਨ 'ਚ। ਵਾਟ ਕੈਨ ਵੀ ਡੂ, ਉਹ ਕੀ ਕਰ ਸਕਦੇ ਆ। ਉਹਨਾਂ ਦੀ ਆਪਸ਼ਨ ਇੱਕ ਤਾਂ ਹੈਗੀ ਆ ਕਿ ਗਾਹਾਂ ਪੜ੍ਹਾਈ ਲੈ ਲਓ, ਕਿ ਆਪਣੀ ਯੂਨੀ ਨਾਲ ਗੱਲ ਕਰਕੇ ਗਾਹਾਂ ਪੜ੍ਹੋ। ਪਰ ਪੜ੍ਹਾਈ ਦੇ ਵਿੱਚ ਵੀਜ਼ੇ ਵਿੱਚ ਤੁਹਾਨੂੰ ਚੇਤਾ ਰੱਖਣਾ ਚਾਹੀਦਾ ਯੂ ਨੀਡ ਟੂ ਲੈਵਲ ਅਪ ਐਂਡ ਓਬਵੀਅਸਲੀ ਤੁਹਾਡੇ ਕੋਲ ਫੰਡਸ ਹੋਣੇ ਚਾਹੀਦੇ। ਫੀਸ ਤਾਂ ਉਹ ਫਿਰ ਲੋਕ ਇੱਦਾਂ ਦੇ ਸਵਾਲ ਪੁੱਛੋਗੇ ਫੀਸ ਲੱਗੂਗੀ, ਤਾਂ ਲੱਗਦੀ ਆ ਜੀ, ਯੂਨੀ ਨੇ ਲੈਣੀ ਆ ਜਿੱਥੋਂ ਉਹਨਾਂ ਨੇ ਤੁਹਾਨੂੰ ਨਵਾਂ ਕੋਰਸ 'ਤੇ ਕਰਨਾ, ਹੈ ਨਾ। ਉਹ ਨਾਨਕੇ ਤਾਂ ਹੈ ਨਹੀਂ ਕਿ ਕੋ ਆ ਮੇਰੇ ਪੁੱਤ ਲੈ, ਕੋਈ ਗੱਲ ਨਹੀਂ। ਸੋ ਉਹ ਤਾਂ ਫੀਸ ਲੱਗਣੀ ਆ, ਰਾਈਟ। ਆਪਸ਼ਨਸ ਹੋਰ ਕੀ ਆ ਜੀ, ਆਪਸ਼ਨਸ ਹੋ ਰਿਹਾ ਕਿ ਤੁਸੀਂ ਵਾਪਸ ਜਾ ਕੇ ਇੰਡੀਆ, ਹੁਣ ਅੱਧਿਆਂ ਨੂੰ ਤਾਂ ਕਾਂਬਾ ਲੱਗ ਗਿਆ ਹੋਣਾ ਇੰਡੀਆ ਦਾ ਨਾਂ ਸੁਣ ਕੇ, ਇੰਡੀਆ ਨਹੀਂ ਆਉਣਾ, ਇੰਡੀਆ ਨਹੀਂ ਆਉਣਾ, ਇੰਡੀਆ ਨਹੀਂ ਆਉਣਾ। ਇੱਥੇ ਆਏ ਨੂੰ ਸਾਲ ਵੀ ਨਹੀਂ ਹੋਇਆ ਹੁੰਦਾ, ਇੰਡੀਆ ਤੋਂ ਐਡਾ ਡਰਦੇ ਆ, ਸਾਰੀ ਉਮਰ ਇੰਡੀਆ 'ਚ ਹੀ ਕੱਟੀ ਹੁੰਦੀ ਹੈ। ਪੁੱਛੋ ਨਾ, ਵਾਪਸ ਇੰਡੀਆ ਜਾ ਕੇ ਤੁਸੀਂ ਹੋਰ ਕਿਤੇ ਸਟੂਡੈਂਟ ਵੀਜ਼ਾ ਲਵਾ ਸਕਦੇ ਆ ਜਾਂ ਇੱਥੇ ਹੀ ਦੁਬਾਰਾ ਆ ਸਕਦੇ ਆ। ਤੁਸੀਂ ਆਸਟ੍ਰੇਲੀਆ, ਨਿਊਜ਼ੀਲੈਂਡ, ਅਮਰੀਕਾ, ਜਿੱਥੇ ਵੀ ਤੁਹਾਨੂੰ ਲੱਗਦਾ ਉੱਥੇ ਜਾ ਸਕਦੇ ਆ। ਉਹਦੇ ਚਾਂਸਿਸ ਤੁਹਾਡੇ ਬਹੁਤ ਜ਼ਿਆਦਾ ਵੱਧ ਜਾਣੇ, ਕਿਉਂਕਿ ਤੁਸੀਂ ਇੱਕ ਤਾਂ ਇੰਗਲੈਂਡ ਤੋਂ ਪੜ੍ਹ ਕੇ ਆਏ ਆ, ਦੂਜੇ ਤੁਸੀਂ ਓਵਰਸਟੇ ਨਹੀਂ ਕੀਤਾ। ਕੋਈ ਵੀ ਮੁਲਕ ਤੁਹਾਨੂੰ ਹੱਸ ਕੇ ਵੀਜ਼ਾ ਦੇਗਾ 10 ਦਿਨਾਂ ਦੇ ਵਿੱਚ, ਔਰ ਬਹੁਤ ਲੋਕਾਂ ਨੇ ਇਹ ਕੁਛ ਕੀਤਾ ਆਲਰੇਡੀ। ਕੁਛ ਲੋਕ ਫਰਵਰੀ, ਮਾਰਚ ਵਿੱਚ ਵਾਪਸ ਜਾ ਕੇ ਆਲਰੇਡੀ ਕਿਤੇ ਹੋਰ ਮੁਲਕ ਨਿਕਲ ਗਏ ਮਈ ਦੀ ਐਡਮਿਸ਼ਨਾਂ 'ਚ, ਤਾਂ ਉਹਨਾਂ ਨੂੰ 10 ਦਿਨਾਂ 'ਚ ਵੀਜ਼ਾ ਮਿਲ ਗਿਆ। ਸੋ ਦੈਟ ਇਜ਼ ਐਨ ਆਪਸ਼ਨ ਜੋ ਹੈਗਾ ਆ। ਇੱਕ ਜੋ ਹੋਰ ਆਪਸ਼ਨ ਹੈਗਾ ਆ ਜੀ ਕਿ ਜੀ ਤੁਸੀਂ ਇੱਥੋਂ ਹੀ ਕਿਸੇ ਹੋਰ ਮੁਲਕ ਦਾ ਵੀਜ਼ਾ ਲਵਾ ਸਕਦੇ ਆ ਐਜ਼ ਅ ਸਟੂਡੈਂਟ। ਸੋ ਫਰਜ਼ ਕਰੋ ਜੇ ਤੁਸੀਂ ਇੱਥੋਂ ਤੁਹਾਡਾ ਵੀਜ਼ਾ ਮਈ, ਜੂਨ 'ਚ ਖਤਮ ਹੋ ਰਿਹਾ, ਤੁਹਾਡੇ ਕੋਲ ਹਜੇ ਵੀ ਇਨਫ ਟਾਈਮ ਆ ਕਿ ਤੁਸੀਂ ਹੋਰ ਕਿਸੇ ਕੰਟਰੀ ਐਡਮਿਸ਼ਨ ਲੈ ਕੇ ਉੱਥੇ ਦੇ ਵੀਜ਼ੇ ਲਈ ਅਪਲਾਈ ਕਰ ਲਓ। ਔਰ ਆਪਾਂ ਕਰ ਰਹੇ ਹਾਂ, ਔਰ ਆਲਰੇਡੀ ਲੋਕਾਂ ਨੂੰ ਭੇਜ ਚੁੱਕੇ ਹਾਂ ਇੱਥੋਂ। ਸੋ ਜਨਵਰੀ, ਫਰਵਰੀ, ਮਾਰਚ ਦੇ ਵਿੱਚ ਆਪਾਂ ਲੋਕਾਂ ਨੂੰ ਜਿਨ੍ਹਾਂ ਦੇ ਵੀਜ਼ੇ ਖਤਮ ਹੋ ਰਹੇ ਸੀ, ਖਤਮ ਹੋ ਰਹੇ ਆ ਐਸ ਸਮਰ ਤੋਂ ਪਹਿਲਾਂ, ਜਿਹੜੇ PSW ਨਹੀਂ ਐਲੀਜੀਬਲ, ਆਪਾਂ ਆਲਰੇਡੀ ਉਹਨਾਂ ਦੇ ਕੈਨੇਡਾ ਨੂੰ ਉਹਨਾਂ ਨੂੰ ਕੱਢ ਦਿੱਤਾ ਆ, ਔਰ ਆਪਾਂ ਕੱਢ ਰਹੇ ਹਾਂ। ਅਗਲੇ ਹਫਤੇ ਵੀ ਐਪਲੀਕੇਸ਼ਨਾਂ ਜਾ ਰਹੀਆਂ। ਲੋਕ ਉਹਨਾਂ ਲਈ ਫਾਇਦਾ ਤਾਂ ਇਹ ਆ ਕਿ ਜਿਹੜਾ ਇੱਥੇ ਆਪਾਂ 15,000 ਲਾਉਣਾ, ਫਿਰ ਦੁਬਾਰਾ PhD 'ਚ ਐਡਮਿਸ਼ਨ ਲੈਣਾ, ਉਹਦੇ ਨਾਲ ਬੈਟਰ ਰਹੀ ਆ ਕਿ ਆਪਾਂ 15,000 ਕੈਨੇਡਾ 'ਚ ਲਾਉਂਦੇ ਆ, ਨਾਲੇ ਸਪਾਊਸ ਜਾਊ ਨਾਲੇ ਆਪਾਂ ਨੂੰ PSW ਦੀ ਗਾਰੰਟੀ ਆ ਉਸ ਤੋਂ ਬਾਅਦ, ਨਾਲੇ PR ਵੀ ਛੇਤੀ ਹੋ ਜਾਂਦੀ ਆ। ਜਿਹੜੇ ਲੋਕ ਅਕਲਮੰਦ ਸੀ 2009 'ਚ 10 'ਚ ਜਦੋਂ ਇੱਥੇ ਆਏ ਸੀ ਨਾ ਪਹਿਲਾਂ ਮਾਸਟਰਸ ਕਰਨ ਵਗੈਰਾ, ਉਹਨਾਂ ਨੇ ਦੇਖ ਲਿਆ ਕਿ ਇੱਥੇ ਦਾ ਮਾਹੌਲ ਕੀ ਆ, ਪੱਕਾ ਪੁੱਕਾ ਤਾਂ ਹੋਣਾ ਨਹੀਂ, ਇੱਥੇ ਕੱਚੇ ਰਹਿਣਾ ਪੈਣਾ। ਉਹਨਾਂ ਨੂੰ ਆ ਬੇਬੀ ਬੂਬੀ ਦੇ ਚੱਕਰਾਂ 'ਚ ਪੈਣ ਦੀ ਵਧੀਆ ਨਹੀਂ ਲੱਗਾ ਸਕੀਮ ਕਿ ਆਪਾਂ ਬੇਬੀ ਪੈਦਾ ਕਰੀਏ ਸਿਰਫ ਵੀਜ਼ੇ ਲਈ, ਤਾਂ ਫਿਰ ਚੁੱਪ ਕੇ ਰਹੀਏ। ਸਾਡੇ ਬੇਬੀ ਵੀ ਵਿਚਾਰੇ ਬਿਨਾਂ ਪਾਸਪੋਰਟ ਤੋਂ ਜੰਮਣ, ਬਿਨਾਂ ਸਟੇਟਸ ਤੋਂ ਜੰਮਣ, ਨੀਕਰਾਂ 'ਚ ਭੱਜੀ ਜਾਣ ਇੱਧਰ। ਅਤੇ ਬਹੁਤ ਲੜਕੀਆਂ ਦੀ ਇੱਦਾਂ ਕਰੀਅਰ ਬਹੁਤ ਬਰਬਾਦ ਹੋਇਆ, ਕਿਉਂਕਿ ਲੜਕੀਆਂ ਤਾਂ ਮਾਸਟਰਸ ਕਰਨ ਆਈ ਸੀ। ਹੁਣ ਜਿਹੜੀ ਮਾਸਟਰਸ ਲੜਕੀ ਪੜ੍ਹਨ ਆਉਂਦੀ ਆ, ਉਹ ਕੁਛ ਨਾ ਕੁਛ ਲੈਵਲ ਆਫ ਇੰਟੈਲੀਜੈਂਸ ਦੀ ਲੈ ਕੇ ਆਉਂਦੀ ਆ। ਹੁਣ ਉਹ ਚੌਥੀ ਫੇਲ ਤਾਂ ਹੈ ਨਹੀਂ ਉਹ ਰੋਟੀਆਂ ਲਾਉਣ ਵਾਲੀ ਜਿੱਦਾਂ ਸਾਡੀਆਂ ਮੰਮੀਆਂ ਸੀਗੀਆਂ, ਰਾਈਟ। ਉਹਨਾਂ ਦਾ ਕੁਛ ਤਮੰਨਾ ਹੁੰਦੀ, ਕੁਛ ਅਰਮਾਨ ਹੁੰਦੇ ਆ। ਹੁਣ ਉਹ ਬਸ ਜਦੋਂ ਓਵਰਸਟੇ ਹੋ ਗਈਆਂ ਤਾਂ ਉਹਦੇ ਵਿੱਚ ਫਿਰ ਇੱਕੋ ਹੀ ਚੀਜ਼ ਰਹਿੰਦੀ ਆ, ਸਪਾਊਸ ਦੇ ਨਾਲ ਆਇਆ ਹੁੰਦਾ ਕਿ ਜੀ ਨਿਆਣੇ ਜਮਾਓ। ਹੁਣ ਜਦੋਂ
ਬੱਚਾ ਜੰਮਦਾ ਆ ਤਾਂ ਔਰਤ ਦੀ ਲਾਈਫ ਤੁਹਾਨੂੰ ਪਤਾ ਕਿ ਕੀ ਹੋ ਜਾਂਦੀ ਹੁਣ ਆਪਣੀ ਕਮਿਊਨਿਟੀ 'ਚ ਹੈ ਆਪਾਂ ਅਗਰੀ ਨਹੀਂ ਕਰਦੇ ਇਸ ਚੀਜ਼ ਨਾਲ ਬਟ ਲਾਈਫ ਤਾਂ ਇਹੀ ਹੋ ਜਾਂਦੀ ਜੀ ਰੋਟੀਆਂ ਲਾਓ ਨਾਪੀਆਂ ਲਾਓ ਘੱਟੋ ਘੱਟ ਜਦ ਤੱਕ ਬੱਚਾ ਸਕੂਲ ਨਹੀਂ ਜਾਂਦਾ ਹੈ ਨਾ ਕਿ ਬਹੁਤ ਘੱਟ ਔਰਤਾਂ ਹੈ ਜਿਹੜਾ ਬੱਚੇ ਨੂੰ ਕੁੱਛੜ ਚੱਕ ਕੇ ਨਾਲ ਦੀ ਨਾਲ ਯੂਨੀ ਵੀ ਜਾਂਦੀਆਂ ਹੈ ਸਾਡੇ ਟੱਬਰ 'ਚ ਤਾਂ ਜੀ ਨਿਆਣੇ ਤੋਂ ਬਾਅਦ ਕੋਈ ਨਹੀਂ ਔਰਤ ਪੜ੍ਹੀ ਤੁਹਾਡੇ ਟੱਬਰ ਤੁਸੀਂ ਦੇਖ ਲਓ 10-10 ਪੁਸ਼ਤਾਂ ਪਿੱਛੇ ਚੱਲਿਓ ਕਿਸੇ ਨੇ ਨਿਆਣੇ ਜੰਮਣ ਤੋਂ ਬਾਅਦ ਮੁੜ ਕੇ ਡਿਗਰੀ ਲਈ ਜਾਂ ਕਿੱਦਾਂ ਕਰੀ ਬਹੁਤ ਘੱਟ ਚਾਂਸ ਆ ਅਨਲੈਸ ਉਹਨਾਂ ਕੋਲ ਫੈਮਿਲੀ ਦੀ ਸਪੋਰਟ ਆ ਹੁਣ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਆ ਉਹ ਆਇਆ ਹੁੰਦਾ ਇਕੱਲਾ ਜਾਂ ਸਪਾਊਸ ਦੇ ਨਾਲ ਉਹਨਾਂ ਕੋਲ ਹੋਰ ਹੁਣ ਸਪੋਰਟ ਤਾਂ ਹੈ ਨਹੀਂ ਮਾਂ ਪਿਓ ਤਾਂ ਹੈ ਨਹੀਂ ਸੱਸ ਸਹੁਰਾ ਤਾਂ ਹੈ ਨਹੀਂ ਆਪ ਹੀ ਉਹਨਾਂ ਨੇ ਸਾਰਾ ਕੁਝ ਕਰਨਾ ਆਪ ਹੀ ਕੰਮ 'ਤੇ ਜਾਣਾ ਹੁੰਦਾ ਜੀ ਆਪ ਹੀ ਬੈਗ ਬੰਨ੍ਹਣਾ ਹੁੰਦਾ ਆਪੇ ਹੀ ਨਿਆਣੇ ਸਕੂਲ ਛੱਡਣੇ ਹੁੰਦੇ ਆ ਆਪੇ ਹੀ ਰੋਟੀਆਂ ਲਾਉਣੀਆਂ ਆਪੇ ਹੀ ਨੈਪੀਆਂ ਲਾਉਣੀਆਂ ਜੀ ਆਪੇ ਹੀ ਸਕੂਲ ਰਨਸ ਕਰਨੇ ਆ ਸਾਰਾ ਕੁਝ ਆਪ ਹੀ ਕਰਨਾ ਪੈਂਦਾ ਔਰ ਸਾਡੇ ਜੋ ਇਹ ਸਮਾਜ ਆ ਇਹ ਸਾਰੀ ਜ਼ਿੰਮੇਵਾਰੀ ਔਰਤ 'ਤੇ ਸਿੱਟਦਾ ਆ that's just the way it is it shouldn't be like that at all it should never be like that but welcome to the Punjabi community or the Asian community this has been going on for years and years hopefully it will change but by then we'll be dead probably all of us watching this program will be dead but so ਉਹ ਜਿਹੜੀ ਲੜਕੀ ਪੜ੍ਹਨ ਆਈ ਹੈ ਜਾਂ ਮਾਪੇ ਨੇ ਭੇਜੀ ਆ ਉਹਦੇ ਤਾਂ ਅਰਮਾਨ ਫਿਨਿਸ਼ ਹੋ ਗਏ ਨਾ ਉਹ ਤਾਂ ਫਿਰ ਆਹ ਚੱਕਰ 'ਚ ਪੈ ਗਈ ਉਹਦੀ ਤਾਂ ਲੈਵਲ ਉੱਥੇ ਹੀ ਆ ਗਈ ਜਿੱਦਾਂ ਕੋਈ ਚੌਥੀ ਫੇਲ 'ਤੇ ਹੁੰਦੀ ਜਾਂ ਆਪਣੀ ਮੰਮੀ ਦੇ ਲੈਵਲ 'ਤੇ ਆ ਗਈ ਹੁਣ ਉਹਦੇ ਵਿੱਚ ਇਹ ਪ੍ਰੋਗਰੈਸ਼ਨ ਨਹੀਂ ਹੁੰਦੀ ਲਾਈਫ 'ਚ ਆਪਾਂ ਲਾਈਫ 'ਚ ਗਰੋ ਕਰਨਾ ਆ ਪ੍ਰੋਗਰੈਸ਼ਨ ਹੁੰਦੀ ਜਦੋਂ ਤੁਸੀਂ ਅੱਗੇ ਵੱਧਦੇ ਆ ਤੁਹਾਡੀ ਗ੍ਰਾਫ ਇੱਦਾਂ ਜਾਂਦੀ ਉੱਤੇ ਨੂੰ ਇਹ ਤਾਂ ਫਿਰ ਤੁਹਾਡੀ ਉੱਥੇ ਹੀ ਆ ਗਈ ਤੁਹਾਡੀ ਉਹ ਨੈਕਸਟ ਜਨਰੇਸ਼ਨ ਵੀ ਉੱਥੇ ਹੀ ਰਹਿ ਗਈ ਜਿੱਥੇ ਪਹਿਲੀ ਵਾਲੀ ਸੀਗੀ ਹੈ ਨਾ ਤਾਂ ਗਾਹਾਂ ਫਿਰ ਕਿਤੇ 20-30 ਸਾਲ ਨੂੰ ਤੁਹਾਡੀ ਜਨਰੇਸ਼ਨ ਇੱਦਾਂ ਜਾਓ ਸੋ ਉਹ ਤਾਂ ਫਿਰ ਵਧੀ ਨਹੀਂ ਦੈਨ ਯੂ ਗੋਟ ਨੋ ਗਰੋਥ ਬਟ ਜਿਹੜੇ ਮੈਂ ਤੁਹਾਨੂੰ ਦੱਸਿਆ ਸੀ ਜਿਹੜੇ ਅਕਲਮੰਦ ਬੱਚੇ ਸੀਗੇ ਜਦੋਂ 2009 'ਚ 10 'ਚ ਆਏ ਆ ਉਹਨਾਂ ਦਾ ਰਿਪੀਟ ਆਪਾਂ ਦੇਖ ਰਹੇ ਹਾਂ ਕਿ ਹੁਣ ਹੋ ਰਿਹਾ ਉਹਨਾਂ ਨੇ ਦੇਖ ਲਿਆ ਸੀ ਸਾਲ 'ਚ ਕਿ ਇੱਥੇ ਕੀ ਸਿਚੁਏਸ਼ਨ ਹੈ ਇੱਥੇ ਕੁਛ ਨਹੀਂ ਬਾਹਲਾ ਬਣਨਾ ਇੱਥੇ ਕੱਚੇ ਰਹਿਣਾ ਪੈਣਾ ਨਿਆਣੇ ਜਮਾਉਣੇ ਪੈਣੇ ਆ ਸਾਨੂੰ ਹਲੇ ਲਾਈਫ ਹੀ ਨਹੀਂ ਬਣੀ ਆਪਾਂ ਘਰ ਹੀ ਨਹੀਂ ਲਿਆ ਸੈੱਟ ਹੀ ਨਹੀਂ ਹੋਏ ਹਲੇ ਅਤੇ ਆਪਾਂ 21-20 ਸਾਲ 22 ਸਾਲ ਦੇ ਨਿਆਣੇ ਕਿੱਥੋਂ ਜਮਾਉਂਦੇ ਫਿਰੂੰਗੇ ਆਪਾਂ ਤਾਂ ਹਲੇ ਖੁਦ ਬੱਚੇ ਆ ਇੱਕ ਐਸੈਂਸ ਦੇ ਵਿੱਚ ਸੋ ਉਹਨਾਂ ਨੇ ਕੈਨੇਡਾ ਨਿਕਲ ਗਏ ਸੀਗੇ ਉਹਨਾਂ ਨੂੰ ਮੈਂ ਕਿਹਾ ਸੀ ਕਿ ਕੈਨੇਡਾ ਨਿਕਲ ਜਾਓ ਆਸਟ੍ਰੇਲੀਆ ਨਿਕਲ ਜਾਓ ਉਹ 2013 'ਚ 14 'ਚ ਕੈਨੇਡੀਅਨ ਪਾਸਪੋਰਟ ਆਸਟ੍ਰੇਲੀਅਨ ਪਾਸਪੋਰਟ ਲੈ ਕੇ ਵੀ ਬਹਿ ਗਏ ਉਹਨਾਂ ਦੇ ਨਾਲ ਦੇ ਅੱਜ ਤੱਕ ਕੱਚੇ ਹੀ ਫਿਰੀ ਜਾਂਦੇ ਆ ਤਾਂ ਉਹਨਾਂ ਨੂੰ 10-10 12-12 ਸਾਲ ਹੋ ਗਏ ਸੋ ਇਹ ਆਪਣਾ ਤੁਹਾਡੀ ਅਕਲਮੰਦੀ ਹੁੰਦੀ ਹੈ ਕਿ ਤੁਸੀਂ ਕਿੱਧਰ ਨੂੰ ਜਾਣਾ ਕਿੱਧਰ ਨੂੰ ਨਹੀਂ ਸੋ ਉਹਦੇ ਵਿੱਚ ਹੁਣ ਉਹਦੀ ਰੀਸ ਹੋ ਰਹੀ ਆ ਆਪਾਂ ਦੇਖ ਰਹੇ ਹਾਂ ਕਿ ਜਿਹੜੇ ਅਕਲਮੰਦ ਬੱਚੇ ਆ ਉਹ ਕਹਿ ਰਹੇ ਕਿ ਭਾਜੀ ਆਪਾਂ ਨਹੀਂ ਰਹਿਣਾ ਇੱਥੇ ਆਪਾਂ ਇੱਥੋਂ ਕੈਨੇਡਾ ਨਿਕਲ ਜਾਣਾ ਨਾਲੇ ਉੱਥੇ PR ਹੋਊਗੀ ਨਾਲੇ ਮਰਜ਼ੀ ਨਾਲ ਆਪਣਾ ਸਪਾਊਸ ਲੈ ਕੇ ਜਾਓਗੇ ਇੰਡੀਆ ਤੋਂ ਵਿਆਹ ਕੇ ਹੈ ਨਾ ਇਹ ਨਹੀਂ ਕਿ ਇੱਥੇ ਲੱਭੋ ਜਾਂ ਕੋਈ ਜੁਗਾੜ ਲਾਓ ਨਾਲੇ ਸਾਡੇ ਬੇਬੀ ਜੰਮੂਗੇ ਕੈਨੇਡੀਅਨ ਕਿਉਂ ਕੈਨੇਡਾ 'ਚ ਇਹ ਹੁੰਦਾ ਜੀ ਕਿ ਜੇ 2 ਸਟੂਡੈਂਟਾਂ ਦੇ ਵੀ ਬੱਚੇ ਹੋਣ ਅਤੇ ਬੱਚਾ ਕੈਨੇਡੀਅਨ ਜੰਮਦਾ ਪਾਸਪੋਰਟ ਸਣੇ ਇੱਥੇ ਨਹੀਂ ਆ ਹੁੰਦਾ ਇੱਥੇ ਤਾਂ ਤੁਹਾਡਾ ਬੱਚਾ ਵੀ ਵਿਚਾਰਾ ਹੁਣ ਅੱਗੇ ਤਾਂ ਇੰਡੀਅਨ ਜੰਮਦਾ ਸੀ ਤੁਸੀਂ ਤਾਂ ਹੁਣ ਬਿਲਕੁਲ ਹੀ ਸਟੇਟਲੈਸ ਹੀ ਬਣਾਤਾ ਉਹਨੂੰ ਕਿ ਬੱਚਾ ਵੀ ਕੱਚਾ ਹੀ ਫਿਰੀ ਜਾਵੇ ਵਿਚਾਰੇ ਜੂਨੀਅਰ ਫੌਜ ਕਿੰਨੀ ਆ ਜੀ ਹਜ਼ਾਰਾਂ 'ਚ ਆ ਸਾਡੇ ਜੂਨੀਅਰ ਫੌਜੀ ਦੇਖਦੇ ਵੀ ਹੋਣੇ ਕੁਛ ਵਿਚਾਰੇ ਉਹਨਾਂ ਨੂੰ ਪਤਾ ਹੀ ਨਹੀਂ ਹਲੇ ਜਦੋਂ ਬੜੇ ਹੋਣਗੇ ਫਿਰ ਤੁਸੀਂ ਰਿਪੀਟ ਦੇਖਿਓ ਪ੍ਰੋਗਰਾਮ 'ਤੇ ਪਰ ਕੋਈ ਗੱਲ ਨਹੀਂ ਬੱਚਿਓ ਫਿਕਰ ਨਾ ਕਰੋ ਆ ਜਿਹੜੇ ਨਾਲ ਬੈਠੇ ਮਾਪੇ ਇਹ ਤੁਹਾਡੇ ਸਿਰ 'ਤੇ ਹੀ ਪੱਕੇ ਹੋਣੇ ਆ ਸੋ ਤੁਸੀਂ ਬੜੇ ਹੋ ਕੇ ਥੋੜ੍ਹੇ ਜਿਹਾ ਰੂਪ ਵੀ ਝਾੜਿਓ ਕਿ ਆਪਾਂ ਨਾ ਆਉਂਦੇ ਤੁਸੀਂ ਤਾਂ ਹਲੇ ਫੌਜੀ ਹੋਣੇ ਸੀਗੇ ਸੋ ਆ ਜੀ ਜੋ ਹੋ ਰਿਹਾ ਸਿਚੁਏਸ਼ਨ ਦੇ ਵਿੱਚ ਸੋ ਉਹ ਜਿਹੜੇ ਬੱਚੇ ਆ ਹੁਣ ਅਕਲਮੰਦ ਉਹ ਨਿਕਲ ਰਹੇ ਕੈਨੇਡਾ ਇੱਥੋਂ ਹੀ ਵੀਜ਼ਾ ਲਾ ਰਿਹਾ 10-20 ਦਿਨਾਂ 'ਚ ਵੀਜ਼ਾ ਲੱਗਦਾ ਸੋ ਉਹਨਾਂ ਨੇ ਸੋਚਿਆ ਦਿਸ ਅ ਬਿਗ ਨੰਬਰ ਆਫ ਪੀਪਲ ਨਾਓ ਹੂ ਆਰ ਥਿੰਕਿੰਗ ਰਾਈਟ ਲੈਟਸ ਗੋ ਦੇ ਉਹਨਾਂ ਦਾ ਦੂਜਾ ਜੋ ਪੱਖ ਆ ਉਹ ਆ ਕਿ ਜਿਹੜੇ ਨੇ ਐਂਟਰੀ ਲੈ ਲਈ ਅੱਧੀ ਫੀਸ ਭਰ ਕੇ ਉਹ ਕਲਾਸ ਹੀ ਨਹੀਂ ਲਾਉਣਗੇ ਉਹ ਤਾਂ ਅਗਲੇ ਤਾਂ 1-2 ਤਾਂ ਮੈਂ ਕੇਸਿਸ ਦੇਖੇ ਕਿ ਉਹ ਆਈ 5 ਮਹੀਨੇ ਪ੍ਰੈਗਨੈਂਟ ਆ ਜਾਂ ਆਉਂਦੇ ਨੂੰ ਉਹਦਾ ਕੋਰਸ ਵਿੱਚ ਇਨਰੋਲਮੈਂਟ ਨਹੀਂ ਹੋ ਗਈ ਔਰ ਦੂਜਾ ਕੋਰਸ ਕਰ ਲਿਆ ਉਹਨਾਂ ਨੇ ਇੰਟਰ ਵਾਲਾ ਤਾਂ ਉਹ ਦੂਜੇ ਮਹੀਨੇ ਪ੍ਰੈਗਨੈਂਟ ਸੋ ਓਬਵੀਅਸਲੀ ਜੇ ਹੁਣ ਤੁਸੀਂ ਆਈ ਪ੍ਰੈਗਨੈਂਟ ਆ ਜਾਂ ਤੁਸੀਂ ਆਉਂਦੇ ਨੂੰ ਪ੍ਰੈਗਨੈਂਟ ਹੋ ਗਏ ਤਾਂ ਤੁਹਾਡੀ ਇੰਟੈਂਸ਼ਨ ਤਾਂ ਕਲੀਅਰ ਹੀ ਆ ਪੜ੍ਹਾਈ ਦੀ ਤਾਂ ਕਦੇ ਸੀਗੀ ਨਹੀਂ ਤੁਹਾਡੀ ਇੰਟੈਂਸ਼ਨ ਇਹ ਸੀ ਕਿ ਉੱਥੇ ਜਾ ਕੇ ਆਪਾਂ ਸੈੱਟ ਹੋਈਏ ਐਂਡ ਉਹਦੇ ਵਿੱਚ
ਇੱਦਾਂ ਦੀ ਗਾਹਾਂ ਜਨਤਾ ਉਹਨਾਂ ਨੂੰ ਮਿਲਦੀ ਹੈ ਸਲਾਹ ਦੇਣ ਵਾਲੀ ਜੋ ਖੁਦ ਕੱਚੇ ਹੁੰਦੇ ਆ। ਤੁਸੀਂ ਕੀ ਜਾਣਾ ਪੜ੍ਹਨ ਕੇ, ਕੀ ਲੈਣਾ ਉੱਤੋਂ, ਨਿਆਣੇ ਜਮਾਓ ਚੁੱਪ ਕਰਕੇ, ਇੱਥੇ ਤੂੰ ਫੌਜੀ ਬਣ, ਤੂੰ ਇੱਦਾਂ ਕਰ, ਤੂੰ ਫੌਜਣ ਬਣ, ਕੋਈ ਗੱਲ ਨਹੀਂ, ਆਪਣਾ ਧਾਮੇ ਤਪਲੇ ਕਰਵਾਇਓ, ਦੇਖੀ ਜਾਓਗੇ, ਬਾਕੀ ਵੀ ਰਹਿੰਦੇ ਆ। ਇਹ ਤੁਸੀਂ ਆਪਣੀ ਕੌਮ ਲਈ ਜਾਂ ਕਿਸੇ ਦਾ ਭਲਾ ਨਹੀਂ ਕਰ ਰਹੇ ਇੱਦਾਂ ਦੀ ਸਲਾਹਾਂ ਦੇ ਕੇ, ਤੁਸੀਂ ਐਕਚੁਅਲੀ ਕਿਸੇ ਦੀ ਜ਼ਿੰਦਗੀ ਬਰਬਾਦ ਕਰ ਰਹੇ ਹੋ। ਅਤੇ ਉੱਦਾਂ ਦੇ ਲੋਕ ਉਹ ਆ ਕਿ ਜਿਹੜੀ ਸਲਾਹ ਵੀ ਅਕਲਮੰਦ ਤੋਂ ਨਹੀਂ ਲੈਂਦੇ। ਸੋ ਇੱਥੇ ਤਾਂ ਇਹ ਆ ਜੀ ਕਿ ਅੰਨੇ ਨੂੰ ਅੰਨਾ ਖਿੱਚੀ ਫਿਰਦਾ, ਜਿਹਦੇ ਖੁਦ ਵੀਜ਼ੇ ਨਹੀਂ ਲੱਗੇ ਉਹ ਦੂਜਿਆਂ ਨੂੰ ਮਿਸਗਾਈਡ ਕਰਦੇ ਆ ਜਾਂ ਝੂਠੀ ਆਸ ਦੇ ਰਹੇ ਆ। ਉਸ ਆਸ ਦੇ ਵਿੱਚ ਇਸ ਮੁਲਕ ਵਿੱਚ 18 ਸਾਲ ਤੋਂ ਲੋਕ ਕੱਚੇ ਰਹਿ ਰਹੇ ਆ ਕਿ ਜੀ ਇੱਕ ਦਿਨ ਪੱਕੇ ਹੋਵਾਂਗੇ। 10 ਸਾਲ ਵਾਲੇ ਤਾਂ ਆਮ ਹੀ ਆ, ਬਹੁਤ ਆ, ਹਜ਼ਾਰਾਂ ਦੀ ਗਿਣਤੀ 'ਚ ਆ। ਤਾਂ ਜਿਹੜੇ ਆ 3 4 ਸਾਲ ਤੋਂ ਹਲੇ ਕੱਚੇ ਰਹਿ ਰਹੇ, ਉਹ ਆਸ ਰੱਖਦੇ ਕਿ ਆਪਾਂ ਪੱਕੇ ਹੋਵਾਂਗੇ। ਹਲੇ ਕਿ 18 ਸਾਲ ਵਾਲੇ ਬੈਠੇ ਆ ਕਿਉਂ 'ਚ, 16 17 ਸਾਲ ਵਾਲੇ। ਸੋ ਆਹ ਆ ਜੀ UK ਦੀ ਰਿਐਲਿਟੀ ਐਂਡ ਦ ਚੋਇਸਿਸ ਜੋ ਸਟੂਡੈਂਟ ਦੇ ਸਾਹਮਣੇ ਆ ਇਸ ਵੇਲੇ। ਸੋ ਹੁਣ ਇਹ ਤੁਹਾਡੇ 'ਤੇ ਆ ਕਿ ਤੁਸੀਂ ਕਿਹੜੀ ਸੋਲੂਸ਼ਨ ਲੈਣੀ ਹੈ, ਕਿਹੜੀ ਚੋਇਸ ਲੈਣੀ ਆ। ਅਤੇ ਇੱਕ ਚੀਜ਼ ਹੋਰ ਵੀ ਦੱਸਦੀ ਹੈ ਕਿ ਜੀ ਇਸ ਮੁਲਕ ਇੱਦਾਂ ਦਾ ਮੁਲਕ ਹੈ ਜੀ ਜਿੱਥੇ ਰਾਤੋਂ ਰਾਤ ਕਾਨੂੰਨ ਬਦਲ ਦਿੰਦੇ ਆ। ਤੁਸੀਂ ਇਸ ਹਫ਼ਤੇ ਵੀ ਸੁਣਿਆ ਹੋ ਕਿ ਪ੍ਰੀਤੀ ਪਟੇਲ ਨੇ ਅਨਾਊਂਸਮੈਂਟ ਕੀਤੀ ਕਿ ਜੀ ਉਹਨ ਸਾਰੀ ਪਲਾਨ ਪੇਸ਼ ਕੀਤੀ ਆ, ਵੈਬਸਾਈਟ 'ਤੇ ਆ ਗਈ ਇਹਨਾਂ ਦੀ ਹੋਮ ਆਫਿਸ 'ਤੇ ਕਿ ਜੀ ਆਪਾਂ ਜੋ ਹੈਗੇ ਆ ਅਸਾਈਲਮ ਵਾਲਿਆਂ ਲਈ ਕਿੰਨਾ ਅਸੀਂ ਔਖਾ ਕਰਨਾ ਉਹਨਾਂ ਲਈ, ਇੱਥੇ ਲੋਕਾਂ ਨੇ ਅਸਾਈਲਮ ਕਰਨ ਲਈ ਤਾਂ ਕਿੰਨਾ ਫਾਸਟ ਟਰੈਕ ਰੱਖਣਾ, ਤਾਂ ਡਿਟੇਨ ਰੱਖਣੇ ਆ। ਤਾਂ ਆਪਾਂ ਹੋਰ ਮੁਲਕਾਂ ਨਾਲ ਗੱਲ ਵੀ ਕਰ ਰਹੇ ਹਾਂ ਕਿ ਜੀ ਇਹਨਾਂ ਨੂੰ ਜਦੋਂ ਕੋਈ ਅਸਾਈਲਮ ਮੰਗੇ ਤਾਂ ਉਹਨੂੰ ਹੋਰ ਕਿਸੇ ਮੁਲਕ ਭੇਜਿਆ ਜਾਵੇ ਜਿੱਥੇ ਕੈਂਪ ਬਣੀ ਹੋਊਗੀ, ਜਿੱਦਾਂ ਆਸਟ੍ਰੇਲੀਆ ਵਾਲੇ ਕਰਦੇ ਆ। ਸੋ ਇਹਦੇ ਵਿੱਚ ਇਹ ਕਾਫੀ ਟਫ ਹੋ ਰਹੇ ਆ ਇਸ ਚੀਜ਼ ਦੇ ਬਾਰੇ ਜੋ ਹੈਗਾ। ਉਹ ਸਾਰਾ ਪਲਾਨ ਪਬਲਿਸ਼ਡ ਆ, ਮੇਰਾ ਖਿਆਲ 50 ਪੇਜ ਦਾ ਪਲਾਨ ਆ, ਪੜ੍ਹ ਲਿਓ ਵੈਬਸਾਈਟ 'ਤੇ ਜਾ ਕੇ। ਆਪਾਂ ਤਾਂ ਪੜ੍ਹ ਕੇ ਉਹ ਕਮਲੇ ਹੋ ਗਏ। ਸੋ ਆਹ ਆ ਜੀ। ਬਾਕੀ ਇੱਥੇ ਕੀ ਚੀਜ਼ ਹੈ ਜੀ, ਇੱਥੇ ਉਮੀਦ ਆ, ਝੂਠੀ ਉਮੀਦ ਜੋ ਇੱਕ ਦੂਜੇ ਨੂੰ ਦੇਈ ਜਾਂਦੇ ਆ। ਉਹੀ ਲੋਕ ਜੀ ਦੇਈ ਜਾਂਦੇ ਆ। ਅੱਗੇ ਦਿੰਦੇ ਹੁੰਦੇ ਸੀ ਮੂੰਹ ਜ਼ਬਾਨੀ, ਹੁਣ ਜੀ ਟਿਕਟੋਕਾਂ 'ਤੇ ਦਿੰਦੇ ਹੈਗੇ ਜੀ ਫਲਾਨੇ ਨੇ ਕਿਹਾ ਪੱਕੇ ਹੋ ਰਹੇ ਆ। ਆਪਾਂ ਕਿੰਨੇ ਚਿਰ ਤੋਂ ਸੁਣ ਰਹੇ ਹਾਂ ਓਲੰਪਿਕ ਹੋਣੇ ਜੀ ਪੱਕੇ ਹੋ ਜਾਣੇ, ਕੋਈ ਨਹੀਂ ਹੋਇਆ। ਅਤੇ ਵਰਲਡ ਕੱਪ ਹੋ ਜਾਣਾ, ਕ੍ਰਿਕਟ ਵਰਲਡ ਕੱਪ ਪੱਕੇ ਹੋ ਜਾਣੇ ਆ। ਅਤੇ ਕੋਈ ਵੀ ਮਾੜਾ ਜਿਹਾ ਕੁਛ ਬਿਆਨ ਦੇ ਦਿੰਦਾ ਤਾਂ ਉੱਧਰ ਨੂੰ ਹੀ ਜਨਤਾ ਤੁਰ ਪੈਂਦੀ ਆ। ਉਹਦਾ ਉਦਾਹਰਨ ਇਹ ਆ ਜੀ ਕਿ ਸਾਡੇ ਜਿਹੜੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਹੈ ਜੀ, ਉਹਨ ਤਕਰੀਬਨ 8 ਵਾਰ ਕਹਿ ਚੁੱਕੇ ਆ ਜੀ ਕਿਸ ਸਾਲਾਂ 'ਤੇ 2010 ਤੋਂ ਲੈ ਕੇ ਜਦੋਂ ਇਹ ਮੇਅਰ ਸੀਗੇ ਲੰਡਨ ਦੇ, ਉਹ ਤੋਂ ਇਹਨਾਂ ਨੇ ਸ਼ੁਰੂ ਕਹਿਣਾ ਸੀ ਕਿ ਆਪਾਂ ਕੱਚੇ ਪੱਕੇ ਕਰ ਦੇਣੇ ਚਾਹੀਦੇ ਆ, ਹੈ ਨਾ। ਅਤੇ ਹਰ ਵੇਲੇ ਉਹਦੇ ਨਾਲ ਜਦੋਂ ਇਲੈਕਸ਼ਨ ਹੋ ਗਈ ਉਸੇ ਵੇਲੇ ਮੁੱਕਰ ਜਾਂਦੇ ਸੀ ਕਿ ਨਹੀਂ ਉਹ ਤਾਂ ਮੈਂ ਗੱਲ ਹੀ ਕਹੀ ਸੀ, ਜੁਮਲਾ ਹੀ ਕਿਹਾ ਸੀ। ਜਿੱਦਾਂ ਆਪਣਾ ਇੰਡੀਆ ਵਾਲਾ 15 ਲੱਖ ਵਾਲਾ ਜੁਮਲਾ ਆ ਜੋ ਕਿ ਹਰ ਘਰ 'ਚ 15 ਲੱਖ ਆਊਗੇ ਮੁੜ ਕੇ, ਉਹ ਵੀ ਹੁਣ ਇਹੀ ਕਹਿੰਦੇ ਕਿ ਉਹ ਤਾਂ ਜੀ ਆਪਾਂ ਗੱਲ ਹੀ ਸੁਣਾਈ ਸੀ, ਜੁਮਲਾ ਹੀ ਸੁਣਾਇਆ ਸੀ। ਸੋ ਆਪਣੇ ਜੋ ਪ੍ਰਧਾਨ ਮੰਤਰੀ ਹੈ ਇਹ ਵੀ ਬੜੇ ਜੁਮਲੇਬਾਜ਼ ਆ। ਇਹਨ ਕੱਲ੍ਹ ਹੀ ਇੱਕ ਬਿਆਨ ਦਿੱਤਾ ਸੀਗਾ ਇਮੀਗ੍ਰੇਸ਼ਨ ਬਾਰੇ ਨਹੀਂ ਪਰ ਵੈਕਸੀਨ ਬਾਰੇ, ਉਸੇ ਵੇਲੇ ਮੁੱਕਰ ਗਿਆ ਕਿ ਉਹ ਮੇਰਾ ਪਬਲਿਸ਼ ਨਾ ਕਰੋ, ਮੇਰੇ ਗਲਤੀ ਤੋਂ ਨਿਕਲ ਗਿਆ ਕਿ ਜੀ ਕੈਪੀਟਲਿਜ਼ਮ ਕਰਕੇ ਲੋਕਾਂ ਦੀ ਲਾਲਚ ਕਰਕੇ ਵੈਕਸੀਨ ਸਕਸੈਸਫੁਲ ਹੋਈ ਆ। ਇਹਨਾਂ ਬਿਆਨ ਦਿੱਤੇ ਸੀ, ਉਸੇ ਵੇਲੇ ਜੀ ਇਹ ਮੁੱਕਰ ਗਏ ਕਿ ਇਹ ਨਾ ਪਬਲਿਸ਼ ਕਰੋ, ਮੇਰੇ ਤੋਂ ਗਲਤੀ ਨਾ ਕਹਿ ਹੋ ਗਿਆ, ਮੈਂ ਤਾਂ ਐਵੇਂ ਹੀ ਕਰਦਾ ਸੀਗਾ। ਸੋ ਇਹਨਾਂ ਦੇ ਹੋਰ ਉਦਾਹਰਨ ਦੇ ਦਿੰਦੇ ਆ ਜੀ। ਕਹਿੰਦੇ ਸੀ ਜੀ ਨਾਰਦਰਨ ਆਇਰਲੈਂਡ ਵਿੱਚ ਜਦੋਂ ਬ੍ਰੈਗਜ਼ਿਟ ਹੋਊਗਾ ਕੋਈ ਫਾਰਮ ਨਹੀਂ ਕਿਸੇ ਨੂੰ ਭਰਨ ਦੀ ਲੋੜ ਹੋਊਗੀ। ਤੁਸੀਂ ਜਦੋਂ ਫਾਰਮ ਹੋਊਗਾ, ਹੱਥ 'ਚ ਪੈਗ ਫੜਿਆ ਸੀ ਇਹਨਾਂ ਨੇ, ਨਾਲੇ ਜਦੋਂ ਕਿਹਾ, ਨਾਲੇ ਕਹਿੰਦੇ ਜਿਹੜਾ ਪੈਗ ਪੈਂਦਾ ਬੰਦਾ ਉਹ ਸੱਚ ਬੋਲਦਾ, ਜਬ ਦਾਰੂ ਅੰਦਰ ਜਾਏਗੀ ਗੱਲ ਸੱਚੀ ਬਾਹਰ ਆਏਗੀ। ਕਹਿੰਦੇ ਉਹ ਜੀ ਇਹ ਕਹਿੰਦੇ ਸੀ ਜੇ ਫਾਰਮ ਆਇਆ ਤਾਂ ਪਾੜ ਦਿਓ। ਹੁਣ ਫਾਰਮ ਪਤਾ ਉਹ ਫਾਰਮ ਆਇਆ ਵੀ ਆ, ਉਹ ਹੈਗਾ ਵੀ 50 ਪੇਜ ਦਾ ਭਰਨ ਨੂੰ। ਹੁਣ ਲੋਕ ਕੱਢਦੇ ਗਾਲਾਂ। ਸੋ ਇਹਦੀ ਜੋ ਚੀਜ਼ਾਂ ਹੈਗੀਆਂ ਇਹ ਹੈਗੀ ਪੋਲੀਟਿਕਸ। ਇਹਨਾਂ ਨੇ ਇੱਕ ਅਮਰੀਕਨ ਨੂੰ ਅਖਬਾਰ ਨੂੰ ਕਿਹਾ ਸੀਗਾ ਕਿ ਜੀ ਉਹ ਕਹਿੰਦੇ ਸੀ ਜੀ ਕਿ ਐਮਨੈਸਟੀ ਹੋਣੀ ਚਾਹੀਦੀ ਆ। ਉਹ ਕਹਿੰਦੇ ਜੀ ਐਮਨੈਸਟੀ ਜਿਹੜੀ ਹੈਗੀ ਆ ਕਿ ਆਪਾਂ ਆਲਰੇਡੀ ਕਰ ਰਹੇ ਹਾਂ। ਤਾਂ ਉਹ ਕਹਿੰਦੇ ਕਿੱਦਾਂ ਕਰ ਰਹੇ? ਕਹਿੰਦੇ ਜਿਹੜੀ ਮੌਜੂਦਾ ਸਿਸਟਮ ਆ ਚੱਲ ਰਹੀ 20 ਸਾਲ ਵਾਲੀ ਉਹ ਐਮਨੈਸਟੀ ਆ, ਪਰ ਹਾਂ ਕਹਿੰਦੇ ਜਿਹੜੇ ਲੋਕ ਕਾਫੀ ਚਿਰ ਤੋਂ ਆਏ ਹੋ ਆ ਉਹਨਾਂ ਬਾਰੇ ਗੱਲਬਾਤ ਹੋਣੀ ਚਾਹੀਦੀ ਆ ਕਿ ਆਪਾਂ ਪੱਕੇ ਕਰੀਏ ਜਾਂ ਨਹੀਂ। ਇੰਨਾ ਬਿਆਨ ਇਹਨਾਂ ਨੇ ਕਿਹਾ ਆ। ਦੇ ਉਹ ਬਿਆਨ ਦੇ
आ रहे इन्ने बयान च हुण की कहा होगा आ रहे है ना। सो आ क्या है जी ਉਹਦੇ ਨਾਲ ਜੀ ਆਪਣੇ ਲੋਕਾਂ ਨੇ ਸੋਚਿਆ ਰੌਲਾ ਪਾਤਾ ਕਿ ਜੀ ਐਮਨੈਸਟੀ ਹੋ ਗਈ ਐਮਨੈਸਟੀ ਹੋਈ। ਕੋਈ ਨਹੀਂ ਜੀ ਇਹਨਾਂ ਨੇ ਆਪਣੀ ਵੈਬਸਾਈਟ ਤੇ ਪਾਇਆ, ਕੋਈ ਨਹੀਂ ਇਹਨਾਂ ਨੇ ਕੁਛ ਐਦਾਂ ਕਿਹਾ। ਇਹਨ ਸਿਰਫ ਇੱਕ ਕਾਨਫਰੰਸ ਵਿੱਚ ਕਿਹਾ ਸੀ ਜੋ ਲੋਕਾਂ ਨੂੰ ਪੁੱਛਿਆ ਗਿਆ ਕਿ ਜੋ ਸਵਾਲ ਕਿਹਾ ਸੀ, ਪਰ ਉਹਦੇ ਨਾਲ ਨਾਲ ਨੇ ਕਹਿ ਦਿੱਤਾ ਸੀਗਾ ਕਿ ਦਿਸ ਹੈਪਨਸ ਆਲਰੇਡੀ ਅੰਡਰ ਦੀ ਐਗਜ਼ਿਸਟਿੰਗ ਰੂਲਸ। ਸੋ ਉਹਦਾ ਮਤਲਬ ਇਹ ਕਿ ਆਲਰੇਡੀ ਹੋ ਰਿਹਾ, ਆਪਾਂ ਐਗਜ਼ਿਸਟਿੰਗ ਰੂਲ ਦਾ ਸ਼ਾਇਦ ਨਾ ਚੇਂਜ ਕਰੀਏ। ਹੁਣ ਐਮਨੈਸਟੀ ਹੋ ਗਈ ਜਾਂ ਨਹੀਂ ਇਹ ਕਿਸੇ ਨੂੰ ਨਹੀਂ ਪਤਾ ਹੈ ਨਾ, ਇਹ ਕਿਸੇ ਨੂੰ ਨਹੀਂ ਪਤਾ। ਪਰ ਆਪਾਂ ਤਾਂ ਇਤਿਹਾਸ ਦੇਖ ਕੇ ਭਵਿੱਖ ਜੱਜ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਆਪਾਂ ਤਾਂ ਚਾਹੁੰਦੇ ਹਾਂ ਕਿ ਜੀ ਐਮਨੈਸਟੀ ਹੋਵੇ, ਵਧੀਆ ਹੈ, ਬਹੁਤ ਵਧੀਆ ਗੱਲ ਹੈ ਐਮਨੈਸਟੀ ਹੋਵੇ। ਪਰ ਅੱਜ ਕੱਲ੍ਹ ਦੀ ਜੋ ਸਥਿਤੀ ਆ ਇੱਥੇ ਦੀ ਪਬਲਿਕ ਨਹੀਂ ਚਾਹੁੰਦੀ ਕਿ ਐਮਨੈਸਟੀ ਹੋਵੇ। ਜੇ ਚਾਹੁੰਦੇ ਸੀ ਕਿ ਆਪਾਂ ਇਮੀਗ੍ਰੇਸ਼ਨ ਵਧਾਈਏ ਫਿਰ ਇਹਨਾਂ ਨੇ ਯੂਰਪ ਵਾਲੇ ਨਹੀਂ ਚੱਕ ਕੇ ਬਾਹਰ ਮਾਰਨੇ ਸੀਗੇ ਹੈ ਨਾ। ਜੇ ਇਹਨਾਂ ਨੇ ਚਾਹੁੰਦੇ ਸੀ ਕਿ ਜੀ ਆਪਾਂ ਇਮੀਗ੍ਰੇਸ਼ਨ ਵਧਾਈਏ ਫਿਰ ਇਹਨਾਂ ਨੇ ਸਕਿਲਡ ਵਰਕਰ ਰੂਟ ਨਹੀਂ ਬਣਾਉਣਾ ਸੀ, ਉਹ ਟਫ ਨਹੀਂ ਬਣਾਉਣਾ ਸੀ ਹੈ ਨਾ। ਫਿਰ ਇਹਨਾਂ ਨੇ ਲੋ ਸਕਿਲਡ ਵਾਲਾ ਇਮੀਗ੍ਰੇਸ਼ਨ ਚੱਲੀ ਜਾਣਾ ਸੀਗਾ। ਸੋ ਐਮਨੈਸਟੀ ਹੋਊਗੀ ਜਾਂ ਨਹੀਂ ਇਹ ਤਾਂ ਆਪਾਂ ਹੁਣ ਕੁਛ ਨਹੀਂ ਕਹਿ ਸਕਦੇ। ਆਪਾਂ ਤਾਂ ਸਿਰਫ ਇਹਨਾਂ ਦੇ ਟਰੈਕ ਰਿਕਾਰਡ 'ਤੇ ਜਾ ਸਕਦੇ ਹਾਂ ਜੀ। 2019 ਦੇ ਵਿੱਚ ਇਹਨਾਂ ਨੇ ਇਲੈਕਸ਼ਨ ਤੋਂ ਪਹਿਲਾਂ ਕਿਹਾ ਸੀ, ਬ੍ਰੈਗਜ਼ਿਟ ਤੋਂ ਵੀ ਪਹਿਲਾਂ ਕਿਹਾ ਸੀ ਕਿ ਐਮਨੈਸਟੀ ਕਰਾਂਗੇ ਕਰਾਂਗੇ ਕਰਾਂਗੇ। ਫਰਵਰੀ 2020 'ਚ ਮੁੱਕਰ ਗਏ। ਔਰ ਇਹਦਾ ਪ੍ਰੂਫ ਇਹ ਆ, ਤੁਸੀਂ ਗੂਗਲ 'ਤੇ ਜਾਓ ਤਾਂ ਟਾਈਪ ਇਨ ਐਮਨੈਸਟੀ ਫॉर ਇਲੀਗਲਸ UK, ਇਹਦੇ ਵਿੱਚ ਤੁਹਾਨੂੰ ਇਹਦੀ ਹਿਸਟਰੀ ਆ ਜੂਗੀ ਔਰ ਬਿਆਨ ਜਿਹੜੇ ਆਉਂਦੇ ਆ ਉਹ ਸਾਰੇ ਆ ਜੂਗੇ ਕਿ ਕਦੋਂ ਇਹਨ ਕਿਹਾ ਕਦੋਂ ਨਹੀਂ। ਕੁਦਰਤੀ ਇਹ ਬਿਆਨ ਉਸੇ ਵੇਲੇ ਆਉਂਦੇ ਆ ਐਮਨੈਸਟੀ ਦੀ ਗੱਲ ਹੁੰਦੀ ਜਦੋਂ ਇਲੈਕਸ਼ਨ ਸਿਰ 'ਤੇ ਖੜੀ ਹੁੰਦੀ ਆ। ਸੋ ਹੁਣ ਅਗਲੀ ਇਲੈਕਸ਼ਨ ਮਈ 'ਚ ਆ ਰਹੀ ਆ ਜੀ, ਕੌਂਸਲ ਦੀ ਇਲੈਕਸ਼ਨ ਵੀ, ਮੇਅਰ ਦੀ ਇਲੈਕਸ਼ਨ ਵੀ, ਤਾਂ ਇਹ ਫੇਰ ਹੁਣ ਪੈਂਤਰਾ ਮਾਰਿਆ। ਇਹ ਕਿਸਮ ਦਾ ਜਦੋਂ ਇਹ ਵੀ ਮੇਅਰ ਸੀ ਇਹ ਹਰ ਇਲੈਕਸ਼ਨ ਦੇ ਵਿੱਚ ਕਹਿ ਦਿੰਦਾ ਸੀਗਾ ਕਿ ਹਾਂ ਐਮਨੈਸਟੀ ਕਰੋ ਐਮਨੈਸਟੀ ਕਰੋ, ਅਤੇ ਇਹ ਜਿੱਤ ਜਾਂਦਾ ਸੀ। ਸੋ ਇਹ ਵੀ ਹੋ ਸਕਦਾ ਕਿ ਇਹ ਨਬਜ਼ ਫੜ ਲਈ, ਇਹਨੂੰ ਪਤਾ ਕਿ ਅੱਜ ਜਿਵੇਂ ਮੈਂ ਐਮਨੈਸਟੀ ਦੀ ਕਰਦਾ ਤਾਂ ਮੈਨੂੰ ਵੋਟਾਂ ਵਾਧੂ ਪੈ ਜਾਂਦੀਆਂ ਅਤੇ ਉਸ ਤੋਂ ਬਾਅਦ ਮੁੱਕਰ ਆਵਾਂਗੇ, ਸਾਡਾ ਕੀ ਆ। ਕਿ ਜਿੰਨੇ ਵਾਰੀ ਐਮਨੈਸਟੀ ਕਹੀ ਆ ਅੱਜ ਤੱਕ ਤਾਂ ਕੋਈ ਹੋਈ ਨਹੀਂ ਜੀ। ਔਰ ਇਹਨੂੰ ਕਹਿੰਦੇ ਨੂੰ ਤਕਰੀਬਨ 11 ਸਾਲ ਤਾਂ ਮੈਨੂੰ ਹੋ ਗਏ ਦੇਖਦੇ ਨੂੰ, ਸ਼ਾਇਦ ਉਸ ਤੋਂ ਜ਼ਿਆਦਾ ਤੁਹਾਨੂੰ ਹੋਏ ਹੋਊਗੇ। ਸੋ ਆਪਾਂ ਥੋੜ੍ਹੀਆਂ ਇਹ ਚੀਜ਼ਾਂ ਨੂੰ ਇੰਨੀ ਸੀਰੀਅਸਲੀ ਨਾ ਲਈਏ ਕਿ ਜੀ ਹਾਂ ਜਾਂ ਇਹਦੇ ਉੱਤੇ ਉਮੀਦ ਦੇ ਉੱਤੇ ਆਪਾਂ ਆਪਣੀ ਪੂਰੀ ਲਾਈਫ ਨਾ ਪਲਾਨ ਕਰਨ ਲੱਗ ਜਾਈਏ। ਆਪਾਂ ਦੇਖੀਏ ਕਿ ਕੀ ਹੁੰਦਾ ਕੀ ਨਹੀਂ, ਕਿ ਲੋਕ ਕਹਿੰਦੇ ਕੀ ਆ ਉਹ ਲੋਕ ਕਰਦੇ ਕੀ ਆ। ਮੈਂ ਹਮੇਸ਼ਾ ਇਹੀ ਕਹਿੰਦਾ ਹੁੰਦਾ ਕਿ ਲੋਕਾਂ ਦੇ ਲਫ਼ਜ਼ਾਂ 'ਤੇ ਨਾ ਜਾਓ, ਡੋਂਟ ਗੋ ਬਾਈ ਪੀਪਲਸ ਵਰਡਸ, ਲੁੱਕ ਹਾਊ ਦੇ ਐਕਟ, ਉਹਨਾਂ ਦੇ ਐਕਸ਼ਨ ਦੇਖੋ ਕਿ ਜੀ ਕੀ ਹੋ ਰਿਹਾ ਕੀ ਨਹੀਂ। ਸੋ ਦੈਟਸ ਜੋ ਹੈਗਾ ਆ ਜੋ ਹੋ ਰਿਹਾ ਇਮੀਗ੍ਰੇਸ਼ਨ ਦੀ ਵਰਲਡ ਵਿੱਚ ਇਹ ਹੋ ਰਿਹਾ। ਇਸ ਤੋਂ ਪਹਿਲਾਂ ਸਭ ਬ੍ਰੇਕ 'ਤੇ ਜਾਈਏ, ਆਪਾਂ ਇੱਕ ਮੈਸੇਜ ਪੜ੍ਹ ਦਈਏ। ਲੈਟਸ ਹੈਵ ਅ ਲੁੱਕ, ਤੁਹਾਡੇ ਮੈਸੇਜ ਆਇਆ ਕਿ ਆਪਾਂ ਬ੍ਰੇਕ ਤੋਂ ਬਾਅਦ ਫੋਨ ਲਾਈਨਾਂ ਖੋਲ੍ਹ ਦੇਣੀਆਂ। ਫਿਰ ਜਿਨ੍ਹਾਂ ਨੇ ਕੋਈ ਕਾਫੀ ਚਿਰ ਹੋ ਗਿਆ ਤੁਹਾਡੇ ਨਾਲ ਗੱਲਬਾਤ ਕੀਤੀ ਨੂੰ, ਅਤੇ ਜਿਨ੍ਹਾਂ ਨੇ ਸਵਾਲ ਪੁੱਛਣੇ ਪੁੱਛ ਲੈਣ ਜੀ। ਉਹਦੇ ਵਿੱਚ ਲੈਟਸ ਹੈਵ ਅ ਲੁੱਕ ਮੈਨ, ਰਾਈਟ। So I had a message saying, happy 18th birthday to Serena Shergill, and it's from all the Chonkria family and her favourite Masi Arita. So happy birthday, Serena. If you've got messages to give out, there's another one, ji. Tristan Bassi, happy 19th birthday tomorrow from all the Bassi family. So ਜੀ ਤੁਹਾਡੇ ਪੜ੍ਹ ਦਿੱਤੇ। ਬ੍ਰੇਕ ਵੱਲ ਜਾਂਦੇ ਹਾਂ, ਬ੍ਰੇਕ ਤੋਂ ਬਾਅਦ ਆਪਾਂ ਫੋਨ ਲਾਈਨਾਂ ਖੋਲਾਂਗੇ ਐਂਡ ਦੈਨ ਵਿਲ ਟਰਾਈ ਐਂਡ ਆਨਸਰ ਯੋਰ ਕੁਐਸਚਨਸ, ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਕੀ ਹਾਲ ਚਾਲ, ਠੀਕ ਠਾਕ ਹੋ? ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਯੂਕੇਜ਼ ਇੰਡੀਪੈਂਡੈਂਟ ਰੈਗੂਲੇਟਰ ਵੱਲੋਂ ਬਹੁਤ ਵੱਡਾ ਕਦਮ ਚੁੱਕਿਆ ਗਿਆ ਹੈ ਕਿ ਉਹਨਾਂ ਨੇ ਕੋਵਿਡ ਦੀ ਵੈਕਸੀਨ ਨੂੰ ਅਪਰੂਵਲ ਦੇ ਦਿੱਤੀ ਹੈ ਤੇ ਯੂਕੇ ਵਿੱਚ ਲੋਕਾਂ ਤਾਈਂ ਇਹ ਵੈਕਸੀਨ ਉਦੋਂ ਮੁਹੱਈਆ ਕਰਾਈ ਜਾਏਗੀ ਜਦੋਂ ਸੇਫਟੀ ਨਾਲ ਜੁੜੇ ਸਾਰੇ ਟੈਸਟ ਤੇ ਕਲੀਨਿਕਲ ਟ੍ਰਾਇਲਸ ਜਿਹੜੇ ਆ ਉਹ ਕਲੀਅਰ ਕਰ ਲਏਗੀ। ਫਿਲਹਾਲ ਇਹ ਵੈਕਸੀਨ NHS ਵੱਲੋਂ ਉਹਨਾਂ ਤੱਕ ਪਹੁੰਚਾਈ ਜਾਏਗੀ ਜਿਨ੍ਹਾਂ ਨੂੰ ਇਸ ਵੈਕਸੀਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਜਦੋਂ ਆਪ ਸਭ ਦੀ ਵਾਰੀ ਆਏਗੀ ਇਹ ਵੈਕਸੀਨ ਆਪ ਸਭ ਤੱਕ ਵੀ ਪਹੁੰਚਾ ਦਿੱਤੀ ਜਾਏਗੀ।
ਤਦ ਤੱਕ ਤੁਸੀਂ ਸੋਸ਼ਲ ਡਿਸਟੈਂਸਿੰਗ ਮੇਨਟੇਨ ਰੱਖੋ। Want a huge 120 gig for a teeny 20 pounds per month? This 5G ready SIM is the biggest, smallest thing to happen to your phone. Make any phone punch above its weight by connecting it to EE, the UK's #1 network, 7 years running. So get our smallest, biggest SIM-only deal, a whopping 120 gig for just 20 pounds per month, online or over the phone. That's kind of a big deal. When your life revolves around your broadband, you deserve incredible. With a Which Best Buy. And security. More online security than any other big provider. All for only $27.99 a month. So why choose anything less than incredible? Visit bt.com to join today. At Middleton's, we present our Discovery scooter. Let's take a closer look. Available in copper, red or purple. Easily fold and unfold using the remote control, or the buttons on the rear of the scooter itself. Folding within 20 seconds. And weighing in at only 20 kilograms, this compact scooter adjusts to fit inside most car boots. Middleton's. Live life without limits. This is an urgent appeal from Save the Children. Health systems around the world are at breaking point. But we must make sure children get the treatment they need for other deadly diseases. That boy has pneumonia, that boy has pneumonia, this girl has pneumonia, that boy has pneumonia. And there's a new arrival. This is Emmanuel and his twin brother. They've just turned 1. But pneumonia has filled their lungs with fluid, and they are fighting for every breath. The condition might deteriorate, and we are at risk of losing them. Pneumonia is a ruthless and painful killer, but there is a simple solution. Emmanuel needs antibiotics. These tablets cost less than £3, and that's all we're asking you for. Text tablet 10 to 70002 to give £3 a month through your mobile. Your donation will make an even bigger difference for children at such a scary time. They can still have a healthy and happy childhood if they get the medicine they need. This antibiotic could save a child's life. For children like Emmanuel and his brother, a single text could buy the medicine they need. Please, text tablet 10 to 70002. Your £3 a month could change the future for a child like Emmanuel. With furniture for today and all of your tomorrows, visit the Cotswold Company to find your forever furniture. Find thousands of pieces in-store and online at cotswoldco.com. At Heycar, all our cars come with a warranty. And we offer a 10-day money-back guarantee. For the best quality cars, search Heycar now. Hey, buying a car never felt so good.
ਸਵਾਗਤ ਹੈ ਵਨਸ ਅਗੇਨ ਵੈਲਕਮ ਟੂ ਦ ਸ਼ੋ ਫੋਨ ਲਾਈਨਾਂ ਖੋਲ੍ਹ ਦਿੱਤੀਆਂ ਗਈਆਂ ਦੇਖੋ ਨੰਬਰ ਆ ਰਿਹਾ ਸਕਰੀਨ 'ਤੇ ਜਿਨ ਗੱਲ ਕਰਨੀ ਕਰ ਲਓ ਜਿਨ੍ਹਾਂ ਤੋਂ ਦਫ਼ਤਰ ਨਹੀਂ ਆ ਹੁੰਦਾ ਸਲਾਹ ਲੈਣ ਜਾਂ ਫੋਨ 'ਤੇ ਨਹੀਂ ਲੈਣਾ ਚਾਹੁੰਦੇ ਦਫ਼ਤਰ 'ਚ ਤਾਂ ਇੱਥੋਂ ਲੈ ਲਓ ਇਹਦਾ ਇਹੀ ਫਾਇਦਾ ਆ ਜੀ ਅਤੇ ਤੁਸੀਂ ਸਵਾਲ ਪੁੱਛ ਲਓ ਜਿਹੜੇ ਪੁੱਛਣੇ ਆ ਆਪਾਂ ਇੱਕ ਦੋ ਮੈਸੇਜ ਹੋਰ ਵੀ ਆਏ ਆ ਜੀ ਵੋਲਵਰਹੈਂਪਟਨ ਤੋਂ ਮੈਸੇਜ ਆਇਆ ਕਿ ਜੀ ਤੁਹਾਡਾ ਸ਼ੋਅ ਸਾਡੀ ਸਮਰੋ ਦਾ ਫੇਵਰੇਟ ਸ਼ੋਅ ਆ ਤਾਂ ਮੈਂ ਅਗਲਾ ਨੋ ਪ੍ਰੋਬਲਮ ਥੈਂਕ ਯੂ ਵੈਰੀ ਮਚ ਸਮਰੋ ਜੀ ਹਰਜਾਪ ਹੈ ਹੀ ਸਾਰਿਆਂ ਦਾ ਫੇਵਰੇਟ ਕੀ ਕਰੀਏ ਤੁਸੀਂ ਵੀ ਸਾਰੇ ਮੇਰੇ ਫੇਵਰੇਟ ਹੋ ਐਂਡ ਆਪਾਂ ਤਾਂ ਹੀ ਤਾਂ ਕਰ ਰਹੀ ਸ਼ੋਅ ਇੰਨੇ ਚਿਰ ਤੋਂ ਤੁਹਾਡੇ ਸਾਹਮਣੇ ਆ 14ਵਾਂ ਸਾਲ ਆ ਮੇਰਾ ਸ਼ੋਅ 'ਚ 14 ਪੂਰੇ ਹੋ ਜਾਣੇ ਆ ਆਪਾਂ ਨੂੰ ਸਤੰਬਰ ਦੇ ਮਹੀਨੇ 'ਚ ਸੋ ਤੁਸੀਂ ਆਹ ਦੇਖ ਲਓ ਕਿ ਕਿੰਨੇ ਚਿਰ ਤੋਂ ਕਰ ਰਹੇ ਆ ਬਾਕੀ ਹੋਰ ਮੈਸੇਜ ਜਿਹੜੇ ਤੁਹਾਡੇ ਆਏ ਆ ਕਾਫੀ ਆਏ ਆ ਐਸ਼ ਅਰੋੜਾ ਦਾ ਮੈਸੇਜ ਆਇਆ ਭਾਜੀ ਯੂ ਆਰ ਗ੍ਰੇਟ ਭਾਜੀ ਥੈਂਕ ਯੂ ਵੈਰੀ ਮਚ ਜੀ ਆਪਾਂ ਗ੍ਰੇਟ ਗਰੂਟ ਹੈ ਨਹੀਂ ਜੀ ਆਪਾਂ ਜਿੱਦਾਂ ਦੇ ਹੈਗੇ ਆ ਬਹੁਤ ਵਧੀਆ ਹੈ ਜੀ ਕੋਸ਼ਿਸ਼ 'ਚ ਲੱਗੇ ਹੋ ਜੀ ਕਿ ਤੁਹਾਨੂੰ ਸਹੀ ਇਨਫੋਰਮੇਸ਼ਨ ਜਿਹੜੀ ਆ ਉਹ ਦਿੱਤੀ ਜਾਵੇ ਤਾਂ ਕਿ ਤੁਸੀਂ ਆਪਣੀ ਲਾਈਫ ਪਲਾਨ ਕਰ ਸਕੋ ਜਿਹੜੇ ਲੋਕ ਇੱਥੇ ਇੰਨੀ ਟਰਬਲ 'ਚ ਆ ਇਸ ਵੇਲੇ ਇੰਨੀ ਪ੍ਰੋਬਲਮਾਂ 'ਚ ਆ ਉਹ ਸਿਰਫ ਬੈਡ ਪਲੈਨਿੰਗ ਕਰਕੇ ਅਤੇ ਬੈਡ ਐਡਵਾਈਸ ਕਰਕੇ ਫਸੇ ਹੋ ਆ ਅਤੇ ਆਪਾਂ ਇਹੀ ਚਾਹੁੰਦੇ ਹਾਂ ਕਿ ਕਿਸੇ ਨੂੰ ਬੈਡ ਐਡਵਾਈਸ ਨਾ ਮਿਲੇ ਕਿਸੇ ਨੂੰ ਆਪਾਂ ਨੂੰ ਸਹੀ ਦੱਸੀਏ ਭਾਵੇਂ ਉਹਨਾਂ ਨੂੰ ਚੰਗੀ ਲੱਗੇ ਨਾ ਲੱਗੇ ਉਹ ਆਪਣੇ ਹੱਥ 'ਚ ਹੈ ਨਹੀਂ ਹੈ ਨਾ ਹੁਣ ਉਹ ਮੇਰੇ ਬਸ 'ਚ ਹੈ ਨਹੀਂ ਆਪਾਂ ਤਾਂ ਦੱਸ ਸਕਦੇ ਹਾਂ ਕਿ ਜੀ ਆਹ ਸਹੀ ਆ ਆਹ ਗਲਤ ਆ ਤੁਹਾਡੇ ਲਈ ਆਹ ਸਹੀ ਆ ਆਹ ਗਲਤ ਆ ਬਾਕੀ ਹੁਣ ਫੈਸਲੇ ਤਾਂ ਤੁਸੀਂ ਬਣਾਉਣੇ ਆ ਕਿ ਸਹੀ ਆ ਜਾਂ ਗਲਤ ਆ ਜਾਂ ਕੀ ਆ ਜੋ ਵੀ ਆ ਸੋ ਆਪਾਂ ਉਹਦੇ 'ਚ ਮੈਂ ਤਾਂ ਇੰਨੀ ਕੁ ਤੁਹਾਨੂੰ ਕਹਿ ਸਕਦਾ ਹਾਂ ਜੀ ਦੱਸੋ ਆਈ ਵੋਇਸ ਔਨ ਬਿਨਾਂ ਪਿਆ ਬਾਕੀ ਤੁਹਾਡਾ ਮੇਰਾ ਤਾਂ ਤੁਹਾਨੂੰ ਪਤਾ ਹੀ ਆ ਕਿ ਮੈਂ ਤਾਂ 2007 ਦਾ ਲੱਗਾ ਆ ਗੌਰਮੈਂਟ ਦੁਆਲੇ ਕਿ ਜੀ ਐਮਨੈਸਟੀ ਕਿਸੇ ਨਾ ਕਿਸੇ ਫੋਰਮ ਵਿੱਚ ਹੋਣੀ ਚਾਹੀਦੀ ਆ ਅਤੇ BBC 'ਤੇ ਵੀ ਪ੍ਰੋਗਰਾਮ ਕੀਤਾ ਸੀ I'm the only one to ever have done a program, a panorama on BBC about an amnesty. I'm the only one to have gone on stations like Radio 5, only Asian lawyer to have gone on and talk about amnesties and to talk about this, to go on BBC regularly, on LBC, ਆਪਾਂ ਜਾਈਦਾ ਆ talk radio 'ਤੇ ਜਾਈਦਾ ਆ BBC Radio 5, BBC Asian Network ਉਹ ਤਾਂ ਹਰ ਮਹੀਨੇ ਕਰੀਦਾ ਆ ਸੋ ਉਹਦੇ ਵਿੱਚ ਆਪਾਂ ਗੱਲ ਕਰੀਦੀ ਆ ਮੈਂ ਤਾਂ ਚਾਹੁੰਦਾ ਕਿ ਕੋਈ ਵੀ ਨਾ ਕੱਚਾ ਰਹੇ ਇੱਥੇ ਨਾ ਕੋਈ ਇੱਦਾਂ ਕੱਚਾ ਆਵੇ ਨਾ ਕੋਈ ਕੱਚਾ ਰਵੇ ਬਟ ਅਨਫੋਰਚੂਨੇਟਲੀ ਆਪਣੀ ਕਮਿਊਨਿਟੀ ਜੋ ਹੈਗੀ ਆ ਹਟਦੀ ਨਹੀਂ ਮਿਸਗਾਈਡਿੰਗ ਦੇ ਵਿੱਚ ਤਾਂ ਫਿਰ ਰੂਲ ਸਖਤ ਹੁੰਦੇ ਆ ਚਲੋ ਜੀ ਹੁਣ ਕਾਲਰਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਤਾਂ ਦੇਖਦੇ ਆ ਕੌਣ ਹੈ ਲਾਈਨ ਤੇ ਹੈਲੋ Hi there, it's Raj speaking. Hi Raj. I want to apply for my wife's spouse visa extension. Okay. Which is due in September. Yep. So my question is, she did her master's and PhD from here. Okay. So does she need to just give her degrees, the master degrees, as a proof of English language requirement? Yeah, that's it. Is that it? Yeah, because it's just an extension at this stage. So she has to do something called a level A2, and her degrees are well above that. So they again, I didn't hear you. Sorry. So for an extension, she has to do English at a level of A2, but her degrees are well above that level. So if she just gives a degree and a mark sheet in, shouldn't be a problem. That should cover that aspect of it. So she doesn't need to do her English language test if the degree are enough. Yep. But when it comes to her indefinite, then she'll still have to do her life in the UK test. Right, makes sense. Okay. Yeah. Okay, great. Thank you. No problem. Cheers. Thank you. Bye. Take care. Bye. So ਹਾਂ ਜਿਨ੍ਹਾਂ ਨੇ ਇੱਥੇ ਡਿਗਰੀਆਂ ਕੀਤੀਆਂ ਆ ਉਹਨਾਂ ਨੂੰ A2 ਜਾਂ A1 ਜਦੋਂ ਸਪਾਊਸ ਵੀਜ਼ੇ ਤੇ ਉਹ ਨਹੀਂ ਕਰਨਾ ਪੈਂਦਾ ਈਵਨ B1 ਨਹੀਂ ਕਰਨਾ ਪੈਂਦਾ ਬਟ ਉਹਨਾਂ ਨੂੰ ਲਾਈਫ ਇਨ ਦ UK ਕਰਨਾ ਪੈਂਦਾ when you come to getting ਪੱਕਾ after 5 years. ਸੋ ਉਹਦੇ ਵਿੱਚ ਕਾਫੀ ਜ਼ਰੂਰਤ ਹੈਗੀ ਆ ਐਂਡ ਸਪਾਊਸ ਵੀਜ਼ੇ ਦੇ ਵਿੱਚ ਲੋਕ ਪੁੱਛਦੇ ਕਿ ਭਾਜੀ ਕੋਈ ਚੇਂਜਸ ਹੋ ਰਹੀਆਂ ਸਪਾਊਸ ਵੀਜ਼ੇ ਦੇ ਵਿੱਚ ਕੋਈ ਚੇਂਜਸ ਨਹੀਂ ਹੋ ਰਹੀਆਂ ਜੀ ਜਿੱਦਾਂ ਚੱਲ ਰਿਹਾ ਉੱਦਾਂ ਹੀ ਚੱਲਦਾ ਆਇਆ 2012 ਤੋਂ ਉੱਦਾਂ ਹੀ ਚੱਲ ਰਿਹਾ ਉਹੀ ਰਿਕੁਆਇਰਮੈਂਟਸ ਰਹੂਗੀਆਂ ਐਂਡ
ਤਕਰੀਬਨ ਹੁਣ ਸਾਰਾ ਲੈਵਲ ਪਲੇਇੰਗ ਫੀਲਡ ਹੋ ਗਿਆ। ਸੋ ਉਹਦੇ ਵਿੱਚ ਆਈ ਡੋਂਟ ਸੀ ਐਨੀ ਚੇਂਜਸ ਫॉर, ਨਾ ਹੀ ਕੋਈ ਇਹਨਾਂ ਨੇ ਕਿਹਾ ਕਿ ਆਪਾਂ ਸਪਾਊਸ ਵੀਜ਼ੇ ਦੇ ਵਿੱਚ ਕੋਈ ਚੇਂਜਸ ਕਰਨੀਆਂ ਹੈਗੀਆਂ। ਸੋ ਦੈਟਸ ਦ ਗੁੱਡ ਨਿਊਜ਼। ਉਹ ਬੈਡ ਨਿਊਜ਼ ਫॉर ਸਪਾਊਸ ਵੀਜ਼ੇ ਵਾਲੇ, ਉਹਨਾਂ ਵਿੱਚ ਉਹੀ ਚੇਂਜਸ ਹੈਗੇ ਆ। ਲੈਟਸ ਹੈਵ ਅ ਲੁੱਕ। Diljit Maan ਦਾ ਮੈਸੇਜ ਆਇਆ, ਹਾਈ ਭਾਜੀ, ਮਮ ਡੈਡ ਦ ਵਾਈਫ ਵੀ ਆਲ ਵਾਚਿੰਗ ਦ ਸ਼ੋ ਇਨ ਦ ਕਿਚਨ, ਗ੍ਰੇਟ ਸ਼ੋ। ਚਲੋ ਵਧੀਆ ਜੀ, ਮਾਨ ਫੈਮਿਲੀ, ਥੈਂਕ ਯੂ ਵੈਰੀ ਮਚ। ਰਾਈਟ, ਓਕੇ, ਲੈਟਸ ਹੈਵ ਅ ਲੁੱਕ ਕਿ ਕੌਣ ਹੈ ਲਾਈਨ ਤੇ ਜਾਣਦੇ ਹਾਂ ਕਾਲਰ ਨਾਲ। ਹੈਲੋ ਹੈਲੋ ਜੀ। ਹੈਲੋ ਜੀ। ਹਾਂਜੀ ਅਸੀਂ ਪੁੱਛਣਾ ਚਾਹੁੰਦੇ ਸੀਗੇ, ਹਾਂਜੀ। ਜਿੱਦਾਂ ਇੰਡੀਆ ਤੋਂ ਕਿਸੇ ਨੇ ਆਉਣਾ ਹੈਗਾ ਆ ਪੜ੍ਹਾਈ ਲਈ, ਹਾਂਜੀ। ਤੇ ਉਹ ਪੜ੍ਹਾਈ ਦੇ ਲਈ ਜਿੱਦਾਂ ਕੁੜੀ ਨੇ ਆਉਣਾ ਜਾਂ ਉਹਦੇ ਨਾਲ ਮੁੰਡੇ ਨੇ ਆਉਣਾ, ਕਿ ਡਿਗਰੀ ਕਰਨ ਲਈ ਆਉਣਾ, ਨਾਲ ਉਹਨੂੰ ਮੁੰਡੇ ਨੂੰ ਵੀਜ਼ਾ ਮਿਲ ਸਕਦਾ ਨਾਲ ਹੀ ਉਹਦੇ? ਜੇ ਮਾਸਟਰਸ ਲਈ ਪੜ੍ਹਨ ਆਉਣ ਤਾਂ। ਜੇ ਮਾਸਟਰ ਲਈ ਆਉਣਾ, ਹਾਂ, ਤਾਂ ਨਾਰਮਲ ਡਿਗਰੀ ਲਈ ਆਉਣਾ? ਨਾਰਮਲ ਡਿਗਰੀ 'ਚ ਨਹੀਂ ਆਉਣ ਦਿੰਦੇ। ਹਾਂ, ਜੇ ਮਾਸਟਰਸ ਲਈ ਆਉਣਾ ਫਿਰ ਆ ਸਕਦੇ ਆ। ਤੇ ਲੜਕੀ ਕੋ ਕਿੰਨੇ ਬੈਂਡ ਚਾਹੀਦੇ ਆ? ਬੈਂਡ ਜਿੰਨੇ ਜ਼ਿਆਦਾ ਹੋਊਗੇ ਉਹ ਬੈਟਰ ਆ, ਤਕਰੀਬਨ 6 6.5 ਹੋਣ ਤਾਂ ਵਧੀਆ ਹੈ। ਠੀਕ ਹੈ ਜੀ, ਓਕੇ ਓਕੇ, ਥੈਂਕ ਯੂ। ਓਕੇ ਜੀ, ਨੋ ਪ੍ਰੋਬਲਮ ਜੀ, ਨੋ ਪ੍ਰੋਬਲਮ। ਸੋ ਹਾਂਜੀ, ਸਟੂਡੈਂਟ ਵੀਜ਼ੇ ਜੋ ਹੈਗੇ ਆ ਇਹ ਕਾਫੀ ਪੋਪੂਲਰ ਆ। ਅਗਲੀ ਹੁਣ ਇਨਟੇਕ ਸਤੰਬਰ ਦੀ ਆ ਰਹੀ ਹੈਗੀ ਆ, ਅਤੇ ਉਹਦੇ ਵਿੱਚ ਕਾਫੀ ਆਪਾਂ ਵੀ ਪ੍ਰੈਪਰੇਸ਼ਨ ਕਰ ਰਹੇ ਹਾਂ ਉਹਦੇ ਵਿੱਚ। ਪਰ ਓਬਵੀਅਸਲੀ ਜੇ ਆਉਣਾ ਜੀ, ਆਪਾਂ ਦੇਖ ਰਹੇ ਜੈਨੂਇਨਲੀ ਆਉਣ, ਜਿਨ੍ਹਾਂ ਨੇ ਪੜ੍ਹਨ ਆਉਣਾ ਉਹਨਾਂ ਦਾ ਫਾਇਦਾ ਹੈ ਜੀ, ਜਿਹੜੇ ਜੈਨੂਇਨ ਆਉਣ। ਉਹ ਗਾਹਾਂ ਜੋ ਸਕੀਮਾਂ ਹੈਗੀਆਂ ਇਹ ਉਹਨਾਂ ਲਈ ਖੁੱਲ੍ਹੀਆਂ ਆ ਜਿਹੜੇ ਪੜ੍ਹਦੇ ਆ ਜੀ, ਪੜ੍ਹ ਕੇ ਕੁਛ ਨਾ ਕੁਛ ਆਪਣੀ ਡਿਗਰੀਆਂ ਲੈਂਦੇ ਆ। ਖਾਸ ਤੌਰ 'ਤੇ ਜਿਹੜੀ ਸਕਿੱਲਡ ਵਰਕਰ ਟੀਅਰ 2 ਵਾਲੀ ਖੁੱਲ੍ਹੀ ਆ, ਉਹ ਤਾਂ ਉਹਦੇ ਵਿੱਚ ਵੀ ਹੁਣ ਉਹਨਾਂ ਦਾ ਹੀ ਫਾਇਦਾ ਹੋ ਰਿਹਾ ਜਿਹੜੇ ਸਟੂਡੈਂਟ ਹੈ ਪੜ੍ਹਦੇ ਆ। ਖਾਸ ਤੌਰ 'ਤੇ ਪਿਛਲੇ 2-3 ਮਹੀਨੇ ਤਾਂ ਆਪਾਂ ਕੇਅਰ ਹੋਮ ਵਾਲਿਆਂ ਨਾਲ ਹੀ ਬਿਜ਼ੀ ਰਹੇ ਹਾਂ। ਉਹ ਕੁੜੀਆਂ ਦਾ ਬੜਾ ਫਾਇਦਾ ਹੋਇਆ ਜਿਹੜੇ ਕੇਅਰ ਹੋਮ 'ਚ ਕੰਮ ਕਰਦੀਆਂ, ਕਿ ਉਹ 20-20 ਘੰਟੇ ਕੰਮ ਕਰਦੀਆਂ ਸੀਗੀਆਂ, ਉਹਨਾਂ ਦੀ ਹੁਣ ਕਾਫੀ ਫੀਸਾਂ ਬਚ ਗਈਆਂ। ਉਹਨਾਂ ਦੇ ਸਪੋਂਸਰਾਂ ਕੋਲ ਆਲਰੇਡੀ ਲਾਇਸੈਂਸ ਸੀਗੇ, ਤਾਂ ਉਹ ਸਵਿਚ ਕਰਾ ਲਏ ਉਹਨਾਂ ਨੇ ਵੀਜ਼ੇ ਆਪਣੇ, ਤਾਂ 4-4 6-6 ਹਫ਼ਤੇ 'ਚ ਤਾਂ ਵੀਜ਼ੇ ਆ ਗਏ। ਤਾਂ ਹਾਂ, ਤੇ ਜੇ ਤੁਸੀਂ ਇਹ ਸੋਚਦੇ ਸੀ ਕਿ ਕੁੜੀਆਂ ਬਹੁਤ ਜਾ ਰਹੀਆਂ ਹਜਾਬ ਦੇ ਦਫ਼ਤਰ 'ਚ, ਤਾਂ ਜਦ ਨਿਕਲਦੀਆਂ ਬੜੀਆਂ ਖੁਸ਼ ਲੱਗਦੀਆਂ ਅਤੇ ਬੜੀਆਂ ਹੈਪੀਆਂ। ਉਹ ਤਾਂ ਹੈਪੀ ਹੈ ਜੀ, ਉਹ ਵੀਜ਼ਾ ਲੈ ਕੇ ਜਾ ਰਹੀਆਂ। ਹਾਂ, ਐਵੇਂ ਨਾ ਰੌਲਾ ਪਾ ਦਿਓ, ਗੱਲ ਨੂੰ ਕਿਤੇ ਹੋਰ ਹੀ ਲੈ ਜਾਓ। ਉਹ ਤਾਂ ਹੈਪੀ ਹੋ ਕੇ ਨਿਕਲਦੀਆਂ। ਅਤੇ ਇੱਕ ਵੀਜ਼ਾ ਲੈ ਕੇ ਗਈ ਤਾਂ ਕੋਈ ਆ ਰਿਹਾ ਸੀਗਾ, ਉਹ ਬੰਦਾ ਕਹਿੰਦਾ ਭਾਈ ਉਹ ਤਾਂ ਬੜੀ ਖੁਸ਼ ਹੋ ਕੇ ਨਿਕਲੀ। ਮੈਂ ਕਿਹਾ ਉਹ ਵੀਜ਼ਾ ਲੈ ਕੇ ਗਈ ਆ, ਵਰਕ ਪਰਮਿਟ 5 ਸਾਲ ਦਾ। ਤਾਂ ਉਹ ਆਲੇ ਦੁਆਲੇ ਦੇਖੇ ਅਤੇ ਦੇਖਿਆ ਮਿਸ ਇਨਫੋਰਮੇਸ਼ਨ ਦਾ ਆਇਆ ਜੀ। ਹੁਣ ਜਿਹੜੇ ਲੋਕ ਪੜ੍ਹਦੇ ਰਹੇ ਅਤੇ ਸਟੇਟਸ ਦੇ ਵਿੱਚ ਰਹੇ, ਉਹਨਾਂ ਨੂੰ ਫਾਇਦਾ ਆ। ਹੁਣ ਜਿਹੜੇ ਲੋਕ ਨੇ ਉਹ ਪੁੱਠੀਆਂ ਗੱਲਾਂ ਸੁਣੀਆਂ ਕਿ ਨਹੀਂ ਕੱਚੇ ਹੋ ਜਾਓ, ਫੌਜੀ ਬਣ ਜਾਓ, ਅਤੇ ਕੋਈ ਗੱਲ ਨਹੀਂ ਨਿਆਣਿਆਂ ਦੇ ਨਾਲ ਹੋ ਜਾਓ, ਆਹ ਕਰ ਲਓ, ਆਹ ਕਰ ਲਓ, ਫੀਸ ਦੇਣ ਦੀ ਲੋੜ ਨਹੀਂ, ਉਹ ਹੁਣ ਪਿੱਟਦੇ ਆ ਜੀ। ਉਹ ਕਹਿੰਦੇ ਕਾਸ਼ ਆਪਾਂ ਸਟੇਟਸ 'ਚ ਹੁੰਦੇ ਤਾਂ ਸਾਡਾ ਵੀ ਸੂਤ ਲੱਗ ਜਾਣਾ ਸੀ। ਸੋ ਸਟੇਟਸ ਵਿੱਚ ਰਹਿਣ ਦਾ ਕਦੇ ਨਾ ਕਦੇ ਤਾਂ ਫਾਇਦਾ ਹੁੰਦਾ ਹੀ ਆ। ਤੁਹਾਨੂੰ ਕਾਨੂੰਨ ਦੇ ਹਿਸਾਬ ਨਾਲ ਚੱਲਣ ਨਾਲ ਫਾਇਦਾ ਹੀ ਫਾਇਦਾ ਕਦੇ ਨਾ ਕਦੇ ਹੁੰਦਾ ਹੀ ਆ। ਹਾਂ, ਹੁੰਦਾ ਔਖਾ ਆ, ਪਰ ਜਿਹੜੀ ਸਹੀ ਰਸਤਾ ਆ ਉਹ ਸੌਖਾ ਨਹੀਂ ਹੁੰਦਾ। ਜਿਹੜਾ ਸੌਖਾ ਰਸਤਾ ਦੀਦਾ ਆ ਨਾ, ਉਹ ਗਲਤ ਰਸਤਾ ਹੁੰਦਾ। ਉਹ ਦੀਦਾ ਸੌਖਾ ਆ, ਪਰ ਜਿਹੜਾ ਹੁੰਦਾ ਦੇਖਣ ਨੂੰ ਕਿ ਯਾਰ ਆ ਤਾਂ ਬੜਾ ਹੀ ਔਖਾ ਆ, ਉਹ ਹੁੰਦਾ ਸਹੀ ਆ। ਉਹ ਤੁਹਾਨੂੰ ਆਪਣੇ ਲਕਸ਼ 'ਤੇ ਲੈ ਜਾਂਦਾ ਆ। ਔਰ ਗਲਤ ਰਸਤਾ ਉਹ ਗਲਤ ਜਗ੍ਹਾ ਲੈ ਜਾਂਦਾ, ਉਹ ਬੜੇ ਵਿੱਚ ਵਿਚਾਲੇ ਹੀ ਬੰਦਾ ਗਵਾਚ ਜਾਂਦਾ। ਆਹ ਆ ਜੀ ਇਹਦਾ ਲੈਸਨ ਟੂ ਬੀ ਲਰਨਡ। ਸੋ ਇੰਡੀ ਵੱਲੋਂ ਮੈਸੇਜ ਆਇਆ, ਭਾਜੀ ਲੁਕਿੰਗ ਵੈਰੀ ਹੈਂਡਸਮ ਵਿਦ ਦ ਦਾੜੀ। ਭਾਈ ਇਟਸ ਨੋਟ, ਇਟਸ ਔਨ ਪਰਪਸ, I couldn't get time to shave. ਨਵੀਨ ਕੌਸ਼ਲ ਦਾ ਮੈਸੇਜ ਹੈ, ਭਾਜੀ ਲੁਕਿੰਗ ਵੈਰੀ ਸਮਾਰਟ, ਨੈਕਸਟ ਮੂਵੀ ਕਦੋਂ ਕਰ ਰਹੇ ਹਾਂ? ਆਪਾਂ ਵੇਟ ਕਰ ਰਹੇ ਹਾਂ। ਨਵੀਨ ਆਪਾਂ ਨੈਕਸਟ ਮੂਵੀ ਕਰ ਚੁੱਕੇ ਹਾਂ ਆਲਰੇਡੀ। ਇਟਸ ਖੂਲ ਤੂੰ ਹੋਵੇ ਮੈਂ ਹੋਵਾਂ, ਐਂਡ ਉਹਦੇ ਵਿੱਚ ਜਿਮੀ ਸ਼ੇਰਗਿੱਲ ਆ, ਕੁਲਰਾਜ ਰੰਧਾਵਾ ਜੋ ਤੁਸੀਂ ਜਾਣਦੇ ਆ, ਉਹ ਹੈਗੀ ਆ, ਅਤੇ ਆਪਾਂ ਵੀ ਹੈਗੇ ਹਾਂ। ਤਾਂ ਉਹ ਐਕਚੁਅਲੀ ਆਪਾਂ ਸਾਲ ਪਹਿਲਾਂ ਹੀ ਸ਼ੂਟ ਕਰਕੇ ਸੀਗੇ, ਅਤੇ ਮੈਂ ਡਬਿੰਗ ਵਗੈਰਾ ਕੀਤੀ ਆ, ਉਹ ਰੈਡੀ ਟੂ ਰਿਲੀਜ਼ ਆ। ਆਹ ਤਾਂ ਕਰੋਨਾ ਆ ਗਈ ਵਿੱਚ ਵਿਚਾਲੇ, ਅਤੇ 2 ਹੋਰ ਆਪਾਂ ਇਸ ਸਾਲ ਸ਼ੂਟ ਕਰਨੀਆਂ ਹੈਗੀਆਂ। ਸੋ ਹਾਂ, ਹੁਣ ਮੈਂ ਕਿਹਾ ਆ ਵੀ ਕਰ ਲਈ ਹੁਣ
ਲੱਗਦੇ ਹੱਥ, ਹੁਣ ਲੱਗੇ ਹੋ ਤਾਂ ਹੈਗੇ ਆ। ਅਤੇ ਬਾਕੀ ਥੈਂਕ ਯੂ ਤੁਹਾਡਾ ਕਿ ਤੁਸੀਂ ਸਾਡੀ ਮੂਵੀਆਂ ਨੇ ਪਸੰਦ ਕੀਤੀਆਂ, ਤਾਂ ਉਹਨਾਂ ਵਿੱਚ ਵੀ ਕੁਛ ਨਾ ਕੁਛ ਲੈਸਨ ਹੀ ਮਿਲਦਾ। ਆਪਾਂ ਕੋਸ਼ਿਸ਼ ਕਰੀ ਦੀ ਕਿ ਤੁਹਾਨੂੰ ਕੁਆਲਿਟੀ ਦਾ ਪ੍ਰੋਡਕਟ ਲੈ ਕੇ ਆਈਦਾ, ਜਿੱਦਾਂ ਸਾਡੀ ਫਿਲਮ ਜਿੰਦੂਆ ਸੀਗੀ, ਅਤੇ ਜੋ ਹਜੇ ਵੀ PTC 'ਤੇ ਲੱਗ ਰਹੀ ਆ, ਕਾਫੀ ਨੈਟਫਲਿਕਸ 'ਤੇ ਆ, ਤੁਸੀਂ ਦੇਖਦੇ ਆ। ਤਾਂ ਆਪਾਂ ਦੀ ਇਹੀ ਕੋਸ਼ਿਸ਼ ਹੁੰਦੀ। ਤੁਸੀਂ ਸੋਚਦੇ ਭਾਈ ਤੂੰ ਤਾਂ ਵਕੀਲ ਆ, ਤੂੰ ਫਿਲਮਸ ਕਿਉਂ ਕਰ ਰਿਹਾ? ਦੇਖੋ ਜੀ, ਕਈ ਲੋਕ ਇੱਕੋ ਹੀ ਕੰਮ ਕਰਦੇ ਆਪਣੀ ਇੱਕ ਲਾਈਫ 'ਚ। ਮੈਨੂੰ ਇੱਕ ਜ਼ਿੰਦਗੀ ਦਿੱਤੀ ਆ, ਆਪਾਂ ਜਿੰਨੇ ਕੰਮ ਕਰਦੇ ਆ ਕਰਨ ਦੀ ਕੋਸ਼ਿਸ਼ ਕਰਨੀ ਹੈ, ਜਿੰਨੀਆਂ ਵਰਾਇਟੀ ਨਾਲ ਕੰਮ ਕਰਨ ਹੁੰਦੇ। ਇਹ ਮੇਰਾ ਸੁਭਾਅ ਆ ਕਿ ਆਪਾਂ ਕੋਸ਼ਿਸ਼ ਕਰਨੀ ਹੈ, ਜੇ ਕੋਈ ਮੌਕਾ ਮਿਲਦਾ ਆਪਾਂ ਆਪਣੀ ਰੀਝ ਪੂਰੀ ਕਰਨ ਲਈ ਤਾਂ ਕਰ ਲੈਣਾ ਚਾਹੀਦਾ। ਮੈਂ ਕਿਉਂ ਦਬਾ ਕੇ ਰੱਖਾਂ? ਸੋ ਮੈਂ ਉਹ ਤਾਂ ਕਰ ਰਿਹਾ। ਨਾਲੇ ਵਕੀਲੀ ਕਿਹੜਾ ਛੱਡ ਦੇਣੀ ਆਪਾਂ, ਉਹ ਤਾਂ ਸਾਡੀ ਡੇ ਜੋਬ ਆ, ਹੈ ਨਾ। ਨਾਲ ਦੀ ਨਾਲ ਸਾਰੇ ਕੰਮ ਹੋ ਜਾਂਦੇ, ਨਾਲੇ ਫਿਲਮਾਂ ਰਿਲੀਜ਼ ਹੋਈ ਜਾਂਦੀਆਂ, ਨਾਲੇ ਮੈਂ ਇੱਥੇ ਫਰਾਈਡੇ ਆ ਜਾਂਦਾ, ਨਾਲੇ ਵੀਜ਼ੇ ਲਵਾਈ ਜਾਂਦੇ ਆ ਚੁੱਪ ਕਰਕੇ। ਸੋ ਇਹਦੇ ਨਾਲ ਹੋਰ ਕੀ ਵਧੀਆ ਗੱਲ ਹੋ ਸਕਦੀ ਹੈ। ਨਾਲੇ ਆਪਾਂ ਤੁਹਾਡੇ ਲਈ ਸਮਾਜਿਕ ਸ਼ੋਅ ਲੈ ਕੇ ਆਉਂਦੇ ਆ, ਇਸ ਚੈਨਲ 'ਤੇ ਵੀ, ਹੋਰ ਚੈਨਲਾਂ 'ਤੇ ਵੀ। ਨਾਲੇ ਜੋ ਹੈਗੇ ਆ ਲੋਕ ਜਿਨ੍ਹਾਂ ਨੂੰ ਜ਼ਰੂਰਤਮੰਦ ਆ, ਉਹਨਾਂ ਨੂੰ ਆਪਾਂ ਤੁਹਾਡੀ ਪੈਸੇ ਡੋਨੇਸ਼ਨ ਵੀ ਪਹੁੰਚਾ ਦਿੰਦੇ ਆ। ਸੋ ਜਿਨ੍ਹਾਂ ਨੂੰ ਇਸ ਵੇਲੇ ਲੋੜ ਆ, ਸਾਰੇ ਕੰਮ ਜੋ ਹੈਗੇ ਆਪਾਂ ਕੋਸ਼ਿਸ਼ ਕਰੀ ਦੀ ਆ। ਆਪਾਂ ਨੇਕ ਕੰਮ ਲਈ ਨਾ ਨਹੀਂ ਕਰੀਦੀ। ਮੇਰਾ ਤਾਂ ਇਹੀ ਸੁਭਾਅ ਰਿਹਾ ਆ। ਬਹੁਤ ਲੋਕ ਆਉਂਦੇ ਅਪਰੋਚ ਕਰਦੇ, ਭਾਜੀ ਆਪ ਸਾਡਾ ਆਹ ਕੰਮ, ਸਾਡੇ ਲਈ ਆਹ ਕਰਦੇ ਆ, ਆਹ ਐਡ ਕਰਦੇ, ਆਹ ਕੁਛ ਕਰਦੇ, ਆਹ ਕੁਛ ਕਰਦੇ। ਮੈਂ ਬੜਾ ਕੇਅਰਫੁਲ ਰਹਿੰਦਾ। ਮੈਂ ਆਪਣੀ ਜੋ ਸਟੈਂਪ ਆ ਅਪਰੂਵਲ ਦੀ ਬਹੁਤ ਘੱਟ ਲਾਉਣਾ ਹੁੰਦਾ, ਕਿਉਂਕਿ ਆਪਾਂ ਪਹਿਲਾਂ ਤੁਹਾਨੂੰ ਪਤਾ ਹੀ ਨਹੀਂ ਨਾ ਕਿ ਬੰਦਾ ਹੈ ਕੌਣ, ਉਹਨਾਂ ਦਾ ਬੈਕਗਰਾਊਂਡ ਕੀ ਹੈ ਕੀ ਨਹੀਂ। ਜਦੋਂ ਮੈਂ ਸੈਟਿਸਫਾਈ ਹੁੰਦਾ ਫਿਰ ਆਪਾਂ ਕਿਸੇ ਪ੍ਰੋਜੈਕਟ ਨਾਲ ਜੁੜਦੇ ਹਾਂ। ਹਾਂਜੀ, ਹੁਣ ਆਪਾਂ ਜਾਂਦੇ ਕਾਲਰ 'ਤੇ ਦੇਖਦੇ ਕੌਣ ਹੈ ਲਾਈਨ 'ਤੇ। ਹੈਲੋ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ ਜੀ, ਮੈਂ ਪੁੱਛਣਾ ਸੀ, ਜਿੱਦਾਂ ਮੇਰੀ ਸਿਸਟਰ ਇੱਥੇ ਸਟੱਡੀ ਵੀਜ਼ੇ ਤੇ ਆਈ ਹੋਈ ਹੈ ਜੀ, ਤੇ ਉਹਨਾਂ ਨੇ ਮਾਸਟਰਸ ਆਪਣੀ ਕੰਪਲੀਟ ਕਰ ਲਈ, ਬਟ ਹਾਲੇ ਰਿਜ਼ਲਟ ਦੀ ਵੇਟ ਕਰਦੇ ਆ ਡਿਗਰੀ ਦੀ ਜੀ। ਤੇ ਉਹਨਾਂ ਦਾ 1 ਮਹੀਨੇ ਦਾ ਹਾਲੇ ਵੀਜ਼ਾ ਪੈਂਡਿੰਗ ਆ। ਓਕੇ। ਤੇ ਉਹਨਾਂ ਵਾਸਤੇ ਇੱਦਾਂ ਕੋਈ ਸਪਾਂਸਰਸ਼ਿਪ ਵਗੈਰਾ ਹੋ ਸਕਦੀ ਜਾਂ ਕੋਈ ਫਰਦਰ ਸਟੱਡੀ? ਫਰਦਰ ਸਟੱਡੀ ਦਾ ਕੋਸ਼ਿਸ਼ ਕਰੇ, ਆਪਣੀ ਯੂਨੀ ਨਾਲ ਗੱਲ ਕਰੇ ਕਿ ਫਰਦਰ ਸਟੱਡੀ ਮਿਲਣ ਦੀ ਕੋਸ਼ਿਸ਼ ਹੈ, ਕਿਉਂ PSW ਲਈ ਤਾਂ ਐਲੀਜੀਬਲ ਹੋਣਾ ਨਹੀਂ। ਅਤੇ ਸਪਾਂਸਰਸ਼ਿਪ ਹੁਣ ਮਹੀਨੇ 'ਚ ਸਪਾਂਸਰਸ਼ਿਪ ਤਾਂ ਹੁਣ ਕਿਤੇ ਮਿਲਣ ਨਹੀਂ ਲੱਗੀ, ਬਹੁਤ ਘੱਟ ਚਾਂਸ ਆ। ਸੋ ਫਰਦਰ ਸਟੱਡੀ ਦਾ ਦੇਖਣ, ਜਾਂ ਫਿਰ ਜੇ ਇੱਥੋਂ ਜੇ ਕੈਨੇਡਾ ਵਗੈਰਾ ਜਾਣ ਦੀ ਇੱਛਾ ਆ, ਉਹ ਵੀ ਚਾਂਸ ਹੈਗਾ ਆ, ਪਰ ਟਾਈਮ ਥੋੜ੍ਹਾ ਰਹਿ ਗਿਆ। ਹਾਂਜੀ ਚਲੋ ਠੀਕ ਹੈ ਸਰ। ਓਕੇ ਜੀ, ਨੋ ਪ੍ਰੋਬਲਮ ਜੀ। ਸੋ ਹਾਂਜੀ, ਇਹ ਸਟੂਡੈਂਟਸ ਕੋਲ ਚੋਇਸ ਤਾਂ ਹੁੰਦੀ ਆ, ਦੇ ਆਲਵੇਜ਼ ਗੋਟ ਚੋਇਸਿਸ, ਪਰ ਦੇਖਣਾ ਪੈਂਦਾ ਕਿ ਤੁਹਾਡੀ ਪ੍ਰੈਫਰੈਂਸ ਕੀ ਹੈ। ਹੁਣ ਕਈ ਲੋਕ ਕਹਿੰਦੇ ਕਿ ਜੀ ਸਾਡੇ ਰਿਸ਼ਤੇਦਾਰ ਆ ਜੀ ਇੱਥੇ, ਆਪਾਂ ਕੈਨੇਡਾ ਫਿਰ ਨਹੀਂ ਜਾਣਾ ਚਾਹੁੰਦੇ। ਜੀ ਦੇਖੋ ਜੀ, ਭਾਵੇਂ ਰਿਸ਼ਤੇਦਾਰ ਵੀ ਹੋਣ, ਅਖੀਰ 'ਚ ਜਦੋਂ ਬੰਦਾ ਕੱਚਾ ਹੋ ਜਾਂਦਾ, ਉਹ ਹੁੰਦਾ ਤਾਂ ਇਕੱਲਾ ਹੀ ਆ। ਹੁਣ ਅੱਜ ਜਿਹੜੇ ਕੱਚੇ ਤੁਸੀਂ ਸ਼ੋਅ ਦੇਖ ਰਹੇ ਆ, ਅਸਲ ਵਿੱਚ ਮੈਨੂੰ ਸਹੀ ਦੱਸੋ ਕਿ ਤੁਹਾਡੇ ਰਿਸ਼ਤੇਦਾਰਾਂ ਨੇ ਕਿੰਨੀ ਹੈਲਪ ਕੀਤੀ ਆ? ਹੈ ਤਾਂ ਆਪਾਂ ਸਾਰੇ ਇਕੱਲੇ ਹੀ ਹਨ। ਮੰਗਾਉਣ ਨੂੰ ਤਕੜੇ ਹੁੰਦੇ ਆ ਕਿ ਆ ਜਾਓ ਸਾਂਭ ਲਾਂਗੇ, ਜੇ ਕਿਤੇ ਫੜ ਹੋ ਜਾਓ ਤਾਂ ਫੋਨ ਹੀ ਨਹੀਂ ਚੱਕਦੇ, ਜ਼ਮਾਨਤ ਹੀ ਨਹੀਂ ਦਿੰਦੇ। ਕਿ ਸੋ ਆਪਾਂ ਨੂੰ ਅਲਟੀਮੇਟਲੀ ਜੋ ਸਾਡੇ ਲਈ ਫਾਇਦੇਮੰਦ ਆ ਉਹ ਕਰਨਾ ਚਾਹੀਦਾ। ਤਾਂ ਲਾਈਫ ਤਾਂ ਤੁਹਾਡੀ ਕਿਤੇ ਵੀ ਬਣ ਸਕਦੀ। ਜੇ ਦਿਹਾੜੀ ਲਾਉਣੀ, ਕੰਮ ਹੀ ਕਰਨਾ, ਉਹ ਤਾਂ ਕਿਤੇ ਵੀ ਕਰ ਸਕਦੇ ਹੋ ਤੁਸੀਂ। ਸੋ ਇਹ ਜ਼ਰੂਰੀ ਨਹੀਂ। ਆਪਾਂ ਨੂੰ ਮਾਰਦਾ ਪਤਾ ਕੀ, ਜਦੋਂ ਅਸੀਂ ਇੱਕ ਚੀਜ਼ ਨੂੰ ਜੱਫਾ ਪਾ ਕੇ ਬਹਿ ਜਾਂਦੇ ਹਾਂ ਕਿ ਆਪਾਂ ਤਾਂ ਇੰਗਲੈਂਡ ਜਿੱਤਣ ਆਏ ਹਾਂ। ਐਕਚੁਅਲੀ ਹੁੰਦਾ ਕੀ ਆ, ਇੰਗਲੈਂਡ ਸਾਨੂੰ ਜਿੱਤ ਕੇ ਬਹਿ ਜਾਂਦਾ। ਸੋ ਹੁਣ ਜਿਹੜੇ 15, 14 ਸਾਲ ਤੋਂ ਆਇਆ, ਇਹਨਾਂ ਨੂੰ ਇੰਗਲੈਂਡ ਹੀ ਜਿੱਤ ਕੇ ਬੈਠਾ ਜੀ। ਇਹ ਇੰਗਲੈਂਡ ਤਾਂ ਨਹੀਂ ਜਿੱਤ ਕੇ ਬੈਠੇ। ਆਪਣੇ ਮਨ ਦਾ ਭੁਲੇਖਾ ਜੀ, ਕਿਸੇ ਨੂੰ ਆਪਣੇ ਆਪ ਨੂੰ ਝੂਠੀ ਤਸੱਲੀ ਦੇਣੀ ਆ ਕਿ ਜੀ ਹਾਂਜੀ ਉਹ ਦੇਈ ਜਾਓ, ਪਰ ਉਹਦੇ ਨਾਲ ਜੇ ਮੈਂ ਸੂਰਜ ਨੂੰ ਕਹੀ ਜਾਵਾਂ ਨਹੀਂ ਇਹ ਤਾਂ ਚੰਦਰਮਾ, ਉਹ ਸੱਚੀ ਥੋੜ੍ਹੀ ਚੰਦਰਮਾ ਬਣ ਜਾਣਾ। ਉਹ ਤਾਂ ਮੈਂ ਆਪਣੇ ਆਪ ਨੂੰ ਫੂਲ ਕਰ ਰਿਹਾ ਇਨ ਦਾ ਲੌਂਗ ਰਨ। ਚਲੋ ਹੁਣ ਆਪਾਂ ਜਾਂਦਾ ਕਾਲਰ 'ਤੇ ਦੇਖੇ ਕੌਣ ਹੈ ਲਾਈਨ 'ਤੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਸੀ। ਪੁੱਛੋ ਜੀ। ਮੈਨੂੰ ਆਪਣੇ 19 ਸਾਲ ਹੋ ਗਏ ਆ, ਤਾਂ 19 ਸਾਲ ਤੋਂ 3 ਮਹੀਨੇ ਹੋ ਗਏ ਆ। ਠੀਕ ਆ। ਤੇ ਬੈਕ ਪੇ ਦਾ ਕੇਸ ਲਾਇਆ ਸੀ 11 'ਚ। ਅੱਛਾ। ਉਹ ਕੇਸ ਮੇਰਾ ਆਪਣੇ ਰਿਫਿਊਜ਼ ਕਰਤਾ ਸੀ, ਤਾਂ ਬਾਅਦ 'ਚ ਫਿਰ ਅਪੀਲ ਕੀਤੀ ਮਾੜੀ, ਤਾਂ ਫਿਰ 14 'ਚ ਉਹ ਰਿਫਿਊਜ਼ ਕਰਤਾ ਸੀ। ਹਾਂ। ਤਾਂ ਤੁਹਾਨੂੰ ਸਲਾਹ ਲਈ ਤੁਸੀਂ ਕਿਹਾ ਵੀ 20 ਸਾਲ ਤਾਂ ਪੂਰੇ ਕਰ ਲਓ। ਬਿਲਕੁਲ। ਤਾਂ ਹੁਣ ਮੇਰੇ ਥੋੜ੍ਹੇ 8-9 ਮਹੀਨੇ ਹੋ ਰਹਿੰਦੇ ਆ, ਤਾਂ ਮੈਂ ਕਿੱਦਾਂ ਕੇਸ 20 ਸਾਲ ਤੇ ਪੂਰੇ ਜਗ ਲਾਵਾਂਗੇ ਜਾਂ ਪਹਿਲਾਂ ਲਾਵਾਂ? ਭਾਈ ਲੋਹੜੀ ਪਾਈ ਕਦੇ ਜਾਂ ਪੈਂਦੀ ਦੇਖੀ ਆ? ਪੈਂਦੀ ਦੇਖੀ ਤਾਂ ਹੈਗੀ ਪਰ ਪਾਈ ਨਹੀਂ। ਰਾਈਟ, ਜਦੋਂ ਲੋਹੜੀ ਪੈਂਦੀ ਆ ਭਾਈ ਤਾਂ
ਜਦੋਂ ਔਰਤ ਦਾ 7ਵਾਂ ਮਹੀਨਾ ਹੁੰਦਾ ਉਦੋਂ ਪਾਉਣ ਲੱਗ ਜਾਂਦੀ, ਜਾਂ ਬੱਚਾ ਹੋਏ ਤੇ ਪਾਈਦੀ ਆ? ਬੱਚਾ ਹੋਏ ਤੇ ਪਾਈਦੀ ਆ। ਤਾਂ ਫਿਰ 20 ਸਾਲ ਦਾ ਕੇਸ ਹੋਏ ਤੇ ਲੱਗੂ, ਜਾਂ ਆਪਾਂ ਪਹਿਲਾਂ ਲਾ ਲਈਏ ਸਾਲ? ਨਹੀਂ ਤੁਹਾਨੂੰ ਤਾਂ ਸਲਾਹ ਪੁੱਛੀ ਆ ਨਾ। ਮੈਂ ਵੀ ਸਲਾਹ ਹੀ ਦੱਸਦਾ ਵੀਰੇ, ਜਦੋਂ 20 ਸਾਲ ਤੋਂ ਸਲਾਹ ਪੁੱਛਦਾ ਭਾਈ 20 ਸਾਲ ਤੋਂ ਬਾਅਦ ਲਾਉਣਾ ਆਪਾਂ ਕੇਸ, ਭਾਵੇਂ ਇੱਕ ਦਿਨ ਵਾਧੂ ਵੀ ਹੋਵੇ। ਆਪਾਂ ਆਲਰੇਡੀ ਅਰਲੀ ਲਾ ਕੇ ਕੇਸ ਦੇਖ ਹੀ ਲਿਆ ਕਿ ਰਿਫਿਊਜ਼ਲ ਕਿੱਦਾਂ ਹੁੰਦੇ ਆ ਪਹਿਲਾਂ ਦਾ। ਨਾ 1 ਮਹੀਨੇ ਵੀ ਨਹੀਂ ਪਹਿਲਾਂ ਮੇਰਾ ਵੀਰ। ਏਦਾਂ ਕਈ ਵਕੀਲਾਂ ਨੇ ਪੁੱਠੀਆਂ ਸਲਾਹਾਂ ਦੇ ਦਿੱਤੀਆਂ ਬੰਦਿਆਂ ਨੂੰ। ਮੈਂ ਏਦਾਂ 3 ਕੇਸ ਦੇਖੇ। ਇੱਕ ਨੂੰ ਮੁੰਡੇ ਨੂੰ ਕਹਿ ਦਿੱਤਾ ਕਿ ਤੂੰ 6 ਮਹੀਨੇ ਪਹਿਲਾਂ ਲਾ ਲਾ, ਉਹਨਾਂ ਨੇ ਮਹੀਨੇ ਵਿੱਚ ਹੀ ਰਿਫਿਊਜ਼ ਕਰਕੇ ਭੇਜਤਾ, ਉਹਦਾ 20 ਬਾਅਦ ਵੀ ਨਹੀਂ ਬਣਿਆ। ਹਾਂ, ਸੋ ਆਪਾਂ 20 ਜਦੋਂ ਪੂਰੇ ਹੋਣੇ ਮੇਰਾ ਵੀਰ, ਉਹ ਤੋਂ ਦੂਜੇ ਦਿਨ ਆ ਜੀ ਭਾਵੇਂ ਮੇਰੇ ਕੋਲ ਸਬੂਤ ਸਾਰੇ ਹੈਗੇ ਆ। ਨੋ ਪ੍ਰੋਬਲਮ ਮੇਰਾ ਵੀਰ। ਉਹੀ ਬਸ ਕਹਿੰਦੇ ਕਿ ਹਾਥੀ ਲੰਘ ਗਿਆ ਬਿੱਲ ਬੁੱਲ ਵੀ ਘਰ ਦੇ ਨਾ ਹੈਗੇ ਮੇਰੇ। ਹਾਥੀ ਲੰਘ ਗਿਆ ਪੂਛ ਰਹਿ ਗਈ ਵੀਰੇ। ਬਸ ਹੁਣ ਜਿੱਦਾਂ ਆਪਾਂ 19 ਸਾਲ ਕੱਟੇ ਆ ਨਾ, ਉਦਾਂ ਹੀ ਆਪਾਂ ਆ ਮਹੀਨੇ ਕੱਟ ਕੇ। ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ, ਮੈਂ ਆਪਣੇ ਬੱਚੇ ਘਰੇ ਜਾ। ਨੋ ਪ੍ਰੋਬਲਮ ਮੇਰਾ ਵੀਰ। ਤੇ ਮੈਂ ਸਿਰਫ ਤੁਹਾਨੂੰ ਪੁੱਛਿਆ ਵੀ ਤੁਹਾਨੂੰ ਕਦੋਂ ਮੈਂ ਮਿਲਾਂ? ਮੈਂ ਭਾਈ 1 ਦਿਨ ਬਾਅਦ ਆ ਜੀ, 20 ਤੋਂ ਬਾਅਦ ਦੂਜੇ ਦਿਨ ਹੀ ਆ ਜੀ। ਥੈਂਕ ਯੂ। ਨੋ ਪ੍ਰੋਬਲਮ ਮੇਰਾ ਵੀਰ। ਓਕੇ, ਸਤਿ ਸ਼੍ਰੀ ਅਕਾਲ ਜੀ। ਆਪਾਂ ਕਈ ਵਾਰੀ ਕਾਹਲੀ 'ਚ ਨਾ ਬਹੁਤ ਕੰਮ ਖਰਾਬ ਕਰ ਲੈਂਦੇ ਆ। ਐਦਾਂ ਹੀ ਕਈ ਲੋਕਾਂ ਦੇ 7 ਸਾਲਾਂ ਦੇ ਜਿਹੜੇ ਕੇਸ ਸੀ ਨਿਆਣਿਆਂ ਦੇ ਪਿਛੜੇ, ਤਾਂ ਕਈਆਂ ਨੇ 4 ਸਾਲਾਂ ਬਾਅਦ ਲਾਤੇ, 6 ਬਾਅਦ ਲਾਤੇ। ਉਹ ਵਿਚਾਰੇ ਹੋਏ ਹੀ ਨਹੀਂ ਥਰੂ, ਕਿਉਂ? ਉਹ ਫਿਰ ਹੋਮ ਆਫਿਸ ਵਾਲੇ ਮੋਹਰੇ ਜਿਹੜੇ ਹੱਥ ਆ ਜਾਂਦੇ, ਉਹ ਦੇਖਦਾ ਕਿ ਇਹਦੇ ਤਾਂ ਕੇਸ ਹੋ ਜਾਣਾ, ਆਪਾਂ ਇਹਨੂੰ ਛੇਤੀ ਜਵਾਬ ਦੇ ਦਈਏ। ਨਾ ਹੀ ਕਰਨੀ ਆ, ਚਿੱਠੀ ਆਲਰੇਡੀ ਟਾਈਪ ਹੁੰਦੀ ਹੈ ਉਹਨਾਂ ਕੋਲ ਪਈ, ਨਾ ਹੀ ਬਦਲਾਉਂਦੇ ਆ, ਚੱਕ ਕੇ ਮਾਰਦੇ ਆ। ਸੋ ਜਦੋਂ ਪੂਰਾ ਹੋ ਜਾਵੇ ਨਾ ਟਾਈਮ, ਉਦੋਂ ਆਪਾਂ ਕਰਨਾ। ਇੱਦਾਂ ਹੀ ਮੈਨੂੰ ਹੁਣ ਇਹਦਾ ਉਦਾਹਰਨ ਹੋਰ ਵੀ ਆਪਾਂ ਦਈਏ ਕਿ ਵਾਈਫ ਮੰਗਾਉਣ ਨੂੰ 6 ਮਹੀਨੇ ਦੀ ਪੇ ਸਲਿੱਪਾਂ ਚਾਹੀਦੀਆਂ ਨਾ। ਸਾਨੂੰ ਲੋਕ ਭਾਈ 4 ਬਾਅਦ ਨਹੀਂ ਲਾ ਸਕਦੇ ਕਿ ਜੀ 6 ਦਾ ਮਤਲਬ ਕੀ ਹੁੰਦਾ? 4 ਥੋੜ੍ਹੀ ਹੁੰਦਾ। ਜੇ 4 ਹੁੰਦਾ ਤਾਂ 4 ਲਿਖਣਾ ਸੀ ਉਹਨਾਂ ਨੇ, ਹੈ ਨਾ? 6 ਬਾਅਦ ਹੀ ਲੱਗੂ। ਨਹੀਂ ਭਾਈ 5 ਬਾਅਦ ਨਹੀਂ ਲੱਗ ਸਕਦਾ। ਉਹੀ ਗੱਲ ਫਿਰ ਪੁੱਛਦੇ ਆ। ਸੋ ਆਪਾਂ ਜੋ ਲਿਖਿਆ ਆ, ਜੋ ਮੈਂ ਕਹਿੰਦਾ ਉੱਤੇ ਥੋੜ੍ਹਾ ਤੁਸੀਂ ਗੌਰ ਕਰੋ। 20 ਹੁੰਦੇ ਆ ਜੀ, ਆਪਾਂ 20 ਤੋਂ 1 ਦਿਨ ਬਾਅਦ ਲਾਵਾਂਗੇ। ਫਿਰ ਅਗਲੇ ਭਾਵਾਂ ਉਹ ਤੁਹਾਨੂੰ ਰਿਫਿਊਜ਼ ਨਹੀਂ ਕਰ ਸਕਦੇ ਇਸ ਪੁਆਇੰਟ 'ਤੇ। ਇੰਨਾ ਸਬਰ, ਬਹੁਤ ਸਬਰ ਦਾ ਫਲ ਮਿੱਠਾ ਹੁੰਦਾ ਜੀ। ਸਾਈਂ ਬਾਬਾ ਕਹਿੰਦੇ ਹੁੰਦੇ ਨਾ, ਸਬਰ ਐਂਡ ਸਬੂਰੀ। ਆਪਾਂ ਦੇਖਦੇ ਹੁੰਦੇ ਨਾ ਸਾਈਂ ਬਾਬਾ, ਸਬਰ ਐਂਡ ਸਬੂਰੀ। ਉਹ ਵਜ੍ਹਾ ਲਈ ਉਹ ਠੀਕ ਹੈ ਹੀ ਆਪਣੇ ਤਹਿ 'ਤੇ ਸਬਰ, ਕੋਈ ਗੱਲ ਨਹੀਂ। ਵਿਲ ਡੂ ਇਟ ਆਫਟਰ ਜੋ ਹੁੰਦਾ ਉਹ ਲੋਹੜੀ ਵਾਲਾ ਉਦਾਹਰਨ ਤੁਸੀਂ ਦੇਖ ਲਓ, ਉਹੀ ਵਧੀਆ ਹੁੰਦਾ, ਹੈ ਨਾ? ਹੁਣ ਜਿਵੇਂ ਪਹਿਲਾਂ ਹੀ 2 ਮਹੀਨੇ ਪਹਿਲਾਂ ਹੀ ਲੋਹੜੀ ਪਾਉਣ ਲੱਗ ਜਾਵਾਂ, ਫਿਰ ਔਖਾ ਆ। ਹੈਲੋ ਵੀਰ ਜੀ, ਵੈਰੀ ਗੁੱਡ ਸ਼ੋ, ਵੈਲ ਡਨ, ਟੇਕ ਕੇਅਰ। ਰਾਜ, ਥੈਂਕ ਯੂ ਰਾਜ, ਜੋ ਤੁਸੀਂ ਮੈਸੇਜ ਭੇਜਿਆ। ਸਤਿ ਸ਼੍ਰੀ ਅਕਾਲ ਭਾਜੀ। ਐਮਨੈਸਟੀ ਜੀ ਜੋ ਗੱਲ ਕਰ ਰਹੇ ਆ, ਬਹੁਤ ਸਾਰੇ ਵਕੀਲ ਯੂਕੇ ਦੇ ਟਿਕਟੋਕ 'ਤੇ ਵੀਡੀਓ ਪਾ ਰਹੇ ਆ ਕਿ ਪੱਕੇ ਕਰ ਦੇਣੇ ਆ, ਪਰ ਲੋਕਾਂ ਨੇ ਅੜਕੇ ਆ ਜਾਣਾ ਅਤੇ ਪੈਸੇ ਫਸਾ ਲੈਣੇ ਆ ਇਹਨਾਂ ਕੋਲ ਜਾ ਕੇ। ਮੇਰਾ ਵੀ ਲੋਕਾਂ ਅੱਜ ਦੇ ਥੋੜ੍ਹੀ ਅੜਕੇ ਆਉਂਦੇ ਆ, ਅੱਜ ਦੇ ਥੋੜ੍ਹੀ ਪੈਸੇ ਫਸਾਉਂਦੇ ਆ। ਅੱਜ ਜਿੰਨੇ ਵੀ ਮੇਰੇ ਫੌਜੀ ਭਰਾ ਆ, ਇਹਨਾਂ ਨੂੰ ਪੁੱਛ ਲਓ, ਇਹਨਾਂ ਨੂੰ ਜ਼ਰੂਰ 5-5, 7-7 ਹਜ਼ਾਰ ਪਾਉਂਡ ਦੀ ਲੱਗੀ ਹੋਆ ਰਗੜਾ ਲੱਗਾ ਇਹਨਾਂ ਨੂੰ। ਇਹ ਹੁਣ ਸ਼ਰਮੋ ਸ਼ਰਮੀ ਨਾ ਦੱਸਣੋਂ ਵੱਖਰੀ ਗੱਲ ਆ। ਸਾਡੇ ਕੋਲ ਤਾਂ ਆਉਂਦੇ ਆ ਸਲਾਹਾਂ ਲੈਣ, ਨਾਲੇ 4 ਰਿਫਿਊਜ਼ਲ ਵੀ ਦਿਖਾ ਦਿੰਦੇ, ਨਾਲੇ ਇਹ ਵੀ ਦੱਸ ਦਿੰਦੇ ਕਿ ਭਾਈ ਮੈਂ ਰਿਫਿਊਜ਼ ਵੀ ਹੋਇਆ 2 ਵਾਰੇ। ਤਾਂ ਮੈਂ ਕਿਹਾ ਉਹ ਭਾਜੀ ਫਰੀ 'ਚ ਤਾਂ ਰਿਫਿਊਜ਼ ਹੋਇਆ ਨਹੀਂ ਹੋਣਾ। ਨਹੀਂ, ਕਿੰਨੇ ਕੁ ਦਾ ਰਗੜਾ ਲੱਗਿਆ ਭਾਜੀ? 5 ਕੁ ਦਾ, 7 ਦਾ। ਸੋ ਲੱਗੇ ਉਹ ਤਾਂ ਹੈਗੇ ਆ, ਪਰ ਇਹਨਾਂ ਨੇ ਹਟਣਾ ਨਹੀਂ ਫਿਰ ਵੀ ਟਰਾਈਆਂ ਮਾਰਨ ਤੋਂ। ਸੋ ਆਪਾਂ ਇੱਦਾਂ ਨਹੀਂ, ਜੇ ਇੱਦਾਂ ਮੈਂ ਹਰ ਫੌਜੀ ਤੋਂ 5-5 ਹਜ਼ਾਰ ਪਾਉਂਡ ਲੈਣ ਲੱਗ ਜਾਵਾਂ ਝੂਠੀ ਆਸ ਦੇ ਕੇ, ਮੈਂ ਤਾਂ ਸ਼ਾਮ ਤੱਕ ਪੈਸੇ ਇਕੱਠਾ ਕਰ ਲਵਾਂ 5 ਲੱਖ ਪਾਉਂਡ। ਇੱਦਾਂ ਹੀ ਵਕੀਲਾਂ ਨੇ ਕੀਤਾ, ਤਾਂ ਬਾਅਦ 'ਚ ਦਫ਼ਤਰ ਬੰਦ ਹੋ ਗਏ, ਫਾਈਲਾਂ ਹੀ ਨਹੀਂ ਲੱਭੀਆਂ, ਉਹ ਪੈਸੇ ਖਾ ਕੇ ਹੁਣ ਖੁੱਲ੍ਹੇ ਫਿਰਦੇ ਆ। ਉਹਨਾਂ ਦੀ ਕਿਹੜਾ ਲੱਤਾਂ ਭੰਨ ਦਿੱਤੀਆਂ ਤੁਸੀਂ, ਹੈ ਨਾ? ਰਗੜਾ ਤਾਂ ਚੜ੍ਹਨਾ ਆ, ਫਿਰ ਅਗਲਿਆਂ ਨੇ ਆਪਣੇ ਖਰਚੇ ਪੂਰੇ ਕਰਨੇ ਆ, ਵਕੀਲਾਂ ਨੇ ਕਰਨ ਕੀ ਵਿਚਾਰੇ, ਹੈ ਨਾ? ਉਹ ਤਾਂ ਮੇਰੇ ਨਾਲ ਬੈਰ ਪਾਏ ਬੈਠੇ ਆ ਕਿ ਤੂੰ ਐਵੇਂ ਸੱਚ ਬੋਲੀ ਜਾਂਦਾ, ਹੈ ਨਾ? ਨਾਲੇ ਦੇਖੋ ਜੀ ਕਿ ਟਿਕਟੋਕ ਬਣਿਆ ਐਂਟਰਟੇਨਮੈਂਟ ਲਈ, ਹੈ ਨਾ? ਜੇ ਤੁਸੀਂ ਟਿਕਟੋਕ 'ਤੇ ਵੀਜ਼ੇ ਭਾਲਦੇ ਆ ਤਾਂ ਫਿਰ ਤੁਹਾਡੀ ਇੰਟੈਲੀਜੈਂਸ ਲੈਵਲ ਬਾਰੇ ਬਹੁਤ ਇਹ ਗੱਲ ਕਰਦੀ ਆ। ਟਿਕਟੋਕ ਹੈ ਇੱਕ ਕਹਿੰਦੇ ਦੀ ਚੀਜ਼ ਆ, ਤੁਸੀਂ 2-3 ਘੰਟੇ ਲਾ ਸਕਦੇ ਆ ਤਾਂ ਉਹ 'ਚੋਂ ਕੁਛ ਨਹੀਂ ਸਿੱਖੋਗੇ, ਪਰ ਹੱਸੋਗੇ ਜ਼ਰੂਰ, ਹੈ। ਪਰ ਤੁਹਾਡਾ ਜੋ ਟਾਈਮ ਆ 2-3 ਘੰਟੇ, ਉਹ ਨਹੀਂ ਵਾਪਸ ਆਉਣਾ, ਹੈ ਨਾ? ਇੱਦਾਂ ਦੀਆਂ ਚੀਜ਼ਾਂ
ਇੱਦਾਂ ਦੀ ਜਗ੍ਹਾ 'ਚ ਨਹੀਂ ਮਿਲਦੀਆਂ। ਤੇ ਲੋਕ ਚਾਹੁੰਦੇ ਕਿ 60 ਸੈਕਿੰਡ ਦੀ ਕਲਿੱਪ 'ਚ ਵੀਜ਼ਾ ਲੱਗ ਜਾਵੇ। ਤੇ ਚਲੋ ਜੀ, ਬਾਕੀ ਕਹਿਣ ਨੂੰ ਤਾਂ ਬਹੁਤ ਕੁਛ ਹੋ ਸਕਦਾ। ਕਹਿਣ ਨੂੰ ਤਾਂ ਮੈਂ ਰੋਜ਼ ਕਹੀ ਜਾਂਦਾ ਇੱਥੇ ਕਿ ਜੀ ਪੱਕੇ ਕਰ ਦੇਣੇ, ਪੱਕੇ ਕਰ ਦੇਣੇ, ਪੱਕੇ ਕਰ ਦੇਣੇ, ਹੈ ਨਾ। ਜੇ ਮੈਂ ਉਹਦਾ ਜਾਪ ਕਰੀ ਜਾਵਾਂ ਤਾਂ ਹੋ ਤਾਂ ਨਹੀਂ ਜਾਣਾ। ਉਹ ਤਾਂ ਜਦੋਂ ਵੀ ਜਿਨ ਵੀ ਫੈਸਲਾ ਕਰਨਾ ਹੈ, ਜਦੋਂ ਵੀ ਕਰਨਾ ਹੈ, ਤਾਂ ਜਦੋਂ ਹੋਊਗਾ ਕਿਤੇ ਆਊਗਾ ਲਿਖਤੀ ਰੂਪ ਵਿੱਚ, ਤਾਂ ਆਪਾਂ ਦੇਖਾਂਗੇ ਕਿ ਉਹਤੇ ਕੀ ਸਕੀਮ ਆਊਗੀ ਕੀ ਨਹੀਂ। ਜਦ ਤੱਕ ਤਾਂ ਤੁਸੀਂ ਉਹੀ ਗੱਲ ਅੰਨੇ ਨੂੰ ਅੰਨਾ ਖਿੱਚੀ ਫਿਰਦਾ, ਹੈ ਨਾ। ਬਾਕੀ ਜਨਤਾ ਨੂੰ ਫੂਲ ਬਣਾਉਣਾ ਜਿੱਦਾਂ ਮਰਜ਼ੀ ਬਣਾ ਲਓ, ਜਨਤਾ ਬਣਦੀ ਆ, ਜਨਤਾ ਬਣਦੀ ਆ, ਉਹ ਬਾਅਦ 'ਚ ਰੋਂਦੀ ਆ ਕਿ ਸਾਨੂੰ ਫੂਲ ਬਣਾਇਆ। ਜੇ ਬੱਕਰਾ, ਮੈਂ ਕਈ ਵਾਰੀ ਕਿਹਾ, ਬੱਕਰਾ ਕਸਾਈ ਦੀ ਸ਼ੌਪ ਸਾਹਮਣੇ ਜਾ ਕੇ, ਬੁੱਚਰ ਦੀ ਸ਼ੌਪ ਜਾ ਕੇ ਡਿਸਕੋ ਡਾਂਸ ਕਰੇ ਨਾ ਗੋਵਿੰਦਾ ਅੰਗਰ, ਤਾਂ ਉਹਦਾ ਵਡਾਂਗਾ ਹੋਣਾ ਹੀ ਹੋਣਾ ਹੈ। ਤੇ big mention out to mental health awareness and stress awareness month, which is April. So ਹਾਂਜੀ, ਆਪਾਂ ਵੀ ਮੈਂਟਲ ਹੈਲਥ 'ਤੇ ਸ਼ੋਅ ਕੀਤਾ। ਰੈਕਗਨਾਈਜ਼ 1 ਦਾ ਜੋ ਚੈਨਲ ਹੈਗਾ ਆ YouTube 'ਤੇ ਜਾ ਕੇ ਤੁਸੀਂ ਦੇਖ ਸਕਦੇ ਆ। We've done a big show on mental health and a big show on mental health awareness. Please watch that. ਆਪਾਂ ਉਹਦੇ 'ਚ we spend a lot of time making that. So please have a look at that. There's a lot of shows on there with a lot of information on there. Bola Saab da message aaya Lester to Sat Shri Akal ji, very good program, God bless you. Thank you ji, thank you very much. Te Pav Sangha da message aaya, hi Hajab, can you give a shout out to my lovely daughters Simran and Amy? You're doing a great job explaining in Punjabi, keep it up, God bless you. From Bilston, Wolverhampton, Pav and Anand. So Simran and Amy, hello. But when are you going back on the night shift live show with Kudos? ਉਹ ਤਾਂ ਉਹਨਾਂ ਨੂੰ ਪੁੱਛੋ ਹੁਣ, Kudos ਸਾਰਿਆਂ ਨੂੰ, ਆਪਾਂ ਤਾਂ ਰੋਜ਼ ਤਿਆਰ ਹੈ ਜਾਣ ਨੂੰ। Love it when you're on it. Yeah, I try and keep everything. ਜੋ ਆਪਣਾ ਜੋ ਹੈਗਾ ਆ, I try and keep it all there. Right. So ਆਪਾਂ ਮਿੰਟ ਰਹਿ ਗਏ 2। ਲੋਕ ਪੁੱਛਦੇ ਕਿ ਭਾਜੀ ਤੁਹਾਡੀ ਮੂਵਮੈਂਟਸ ਕੀ ਆ ਨੈਕਸਟ ਵੀਕ। ਮੇਰੀ ਮੂਵਮੈਂਟਸ ਇਹ ਆ ਜੀ ਕਿ ਮੰਡੇ ਆਪਾਂ ਆਪਣੇ ਲੰਡਨ ਆਫਿਸ 'ਚ ਆ ਜੋ ਬ੍ਰੈਂਟਫੋਰਡ ਦੇ ਵਿੱਚ ਆ, ਜੋ ਗ੍ਰੇਟ ਵੈਸਟ ਰੋਡ 'ਤੇ ਆ। ਟਿਊਜ਼ਡੇ ਆਪਾਂ ਬਰਮਿੰਗਹਮ ਦੇ ਵਿੱਚ ਆ। ਬਾਕੀ ਦਿਨ ਵੀ ਆਪਾਂ ਬ੍ਰੈਂਟਫੋਰਡ ਆਫਿਸ ਦੇ ਵਿੱਚ ਆ। ਜਿਨ੍ਹਾਂ ਨੇ ਆ ਕੇ ਗੱਲ ਕਰਨੀ ਆਪਣੇ ਕੇਸ ਬਾਰੇ ਜਾਂ ਜੋ ਵੀ ਆ ਕਾਗਜ਼ ਦਿਖਾਉਣੇ ਆ ਕੇ ਮਿਲ ਸਕਦੇ ਆ, ਜਾਂ ਫੋਨ ਰਾਹੀਂ ਸਲਾਹ ਲੈ ਸਕਦੇ ਆ। ਆਪਾਂ ਪੂਰੀ ਸ਼ੀਲਡਿੰਗਾਂ ਵਗੈਰਾ ਕੀਤੀਆਂ ਆ। ਐਂਡ ਮੈਨੀਵਨ, ਕਿਉਂਕਿ ਬਹੁਤ ਲੋਕਾਂ ਦੇ ਵੀਜ਼ਾ ਡੈਡਲਾਈਨਸ ਹੁੰਦੇ ਆ। ਹੁਣ ਓਬਵੀਅਸਲੀ ਉਹ ਤਾਂ ਫੋਨ 'ਤੇ ਹੋ ਨਹੀਂ ਸਕਦੀ। ਲੋਕਾਂ ਨੇ ਕਾਗਜ਼ ਜਮ੍ਹਾਂ ਕਰਨੇ ਹੁੰਦੇ ਆ, ਫਿੰਗਰਪ੍ਰਿੰਟ ਹੋਣੇ ਹੁੰਦੇ ਆ, ਪਾਸਪੋਰਟ ਭੇਜਣੇ ਹੁੰਦੇ ਆ। ਥੀਸ ਥਿੰਗਸ ਕਾਂਟ ਬੀ ਡਨ ਓਵਰ ਦ ਫੋਨ। ਸੋ ਦੈਟਸ ਵਾਈ ਆਪਾਂ ਇਸ ਚੀਜ਼ਾਂ ਲਈ ਖੁੱਲ੍ਹੇ ਆ, ਫॉर ਪੀਪਲ ਹੂ ਗੋਟ ਐਮਰਜੈਂਟ ਕੇਸਿਸ। ਐਨੀਵੇ, ਮੇਰੇ ਵੱਲੋਂ ਅੱਜ ਇੰਨਾ ਹੀ ਸੀਗਾ। ਮੈਂ ਤੁਹਾਨੂੰ ਅਗਲੇ ਫਰਾਈਡੇ ਮਿਲੂੰਗਾ। ਮੈਂ ਗਿਆ ਥੱਕ ਤਾਂ ਹੰਬ, ਅਤੇ ਮੈਂ ਵੀਕਐਂਡ 'ਤੇ ਕਰਨੀਆਂ ਰੈਸਟਾਂ। ਤਾਂ ਮੇਰਾ ਖਿਆਲ ਹੈ ਤੁਸੀਂ ਵੀ ਕਰੋ ਰੈਸਟਾਂ। ਐਂਡ ਕੋਈ ਗੱਲ ਨਹੀਂ, ਆਪਾਂ 1-2 ਵੀਕ ਹੀ ਰਹਿ ਗਏ ਹੁਣ, ਹੌਸਲਾ ਖਿੱਚਣਾ ਆ। 12 ਤਰੀਕ ਨੂੰ ਹੁਣ ਥੋੜ੍ਹਾ ਸਾਹ ਸਾਨੂੰ ਮਿਲ ਜਾਣਾ ਫਰੀ ਬਾਹਰ ਘੁੰਮਣ ਫਿਰਨ ਨੂੰ, ਅਤੇ ਉਸ ਹਿਸਾਬ ਨਾਲ ਕਰਾਂਗੇ। Don't worry, it's hard times. We're all getting through it. Everyone gets up and down. And remember, life ਇੱਦਾਂ ਹੀ ਚੱਲਦੀ ਆ, up down, up down. ਕਦੇ ਇੱਦਾਂ ਨਹੀਂ ਚੱਲਦੀ, ਕਦੇ ਇੱਦਾਂ ਨਹੀਂ ਚੱਲਦੀ, ਅਤੇ ਕਦੇ ਇੱਦਾਂ ਨਹੀਂ ਚੱਲਦੀ। ਲਾਈਫ ਦਾ ਜੋ ਮੋਨੀਟਰ ਹੈਗਾ ਆ ਉਹ ਅਪ ਡਾਊਨ ਹੁੰਦਾ। ਚੰਗੇ ਦਿਨ ਆਉਂਦੇ ਆ, ਮਾੜੇ ਦਿਨ ਆਉਂਦੇ ਆ, ਚੰਗੇ ਦਿਨ ਆਉਂਦੇ ਆ, ਮਾੜੇ ਦਿਨ ਆਉਂਦੇ ਆ। ਸੋ ਆਪਾਂ ਇਹ ਤਾਂ ਆਉਂਦੇ ਜਾਂਦੇ ਰਹਿੰਦੇ ਆ ਜੀ, ਅਤੇ ਇਹੀ ਜ਼ਿੰਦਗੀ ਆ। ਮੈਂ ਤੁਹਾਨੂੰ ਮਿਲੂੰਗਾ ਅਗਲੇ ਹਫ਼ਤੇ।